ਯੂਥ ਕਾਂਗਰਸ ਪੰਜਾਬ ਪ੍ਰਧਾਨ ਨੇ ਵਿਰੋਧੀ ਸਿਆਸੀ ਪਾਰਟੀਆਂ ਤੇ ਸਾਧੇ ਨਿਸ਼ਾਨੇ। ਕਿਹਾ ਸੈਮੀ ਫਾਈਨਲ ਵਿੱਚ ਹਾਰਨ ਵਾਲੀਆਂ ਟੀਮਾਂ ਫਾਈਨਲ ਵਿੱਚ ਨਹੀਂ ਆਉਂਦੀਆਂ। ਬਰਿੰਦਰ ਢਿੱਲੋਂ। ਕੌਣ ਬਣੇਗਾ ਨਗਰ ਕੌਂਸਲ ਰੂਪਨਗਰ ਦਾ ਪ੍ਰਧਾਨ? ਪੱਤਰਕਾਰਾਂ ਦੇ ਇਸ ਸਵਾਲ ਤੇ ਯੂਥ ਕਾਂਗਰਸ ਪੰਜਾਬ ਪ੍ਰਧਾਨ ਨੇ ਬੱਟੀ ਚੁੱਪੀ। ਚੀਮਾ ਸਾਹਿਬ ਨੂੰ ਪੁੱਛ ਲਓ ਕਿਤੇ ਰੂਪਨਗਰ ਦੀ ਸੀਟ ਤਾਂ ਨਹੀਂ ਛੱਡ ਰਹੇ। ਬਰਿੰਦਰ ਢਿੱਲੋਂ। ਪ੍ਰੈਸ ਕਾਨਫਰੰਸ ਦੌਰਾਨ ਹੋਰ ਕੀ ਕੁਝ ਕਿਹਾ ਯੂਥ ਕਾਂਗਰਸ ਪੰਜਾਬ ਪ੍ਰਧਾਨ ਬਰਿੰਦਰ ਢਿੱਲੋਂ ਨੇ, ਆਓ ਤੁਸੀਂ ਆਪ ਹੀ ਸੁਣ ਲਵੋ। ਪੀਟੀਵੀ ਚੈਨਲ ਲਈ ਰੂਪਨਗਰ ਤੋਂ ਸੱਜਣ ਸਿੰਘ ਸੈਣੀ ਦੀ ਰਿਪੋਰਟ। ਸਾਰੇ ਪ੍ਰੈਸ ਵਾਲਿਆਂ ਦਾ, ਪਿੱਛੇ ਬੈਠੇ ਸਾਰੇ ਸਾਡੇ ਪਰਿਵਾਰ ਦਾ ਜਿਹੜਾ ਇੱਥੇ ਅੱਜ ਪਹੁੰਚਿਆ, ਔਰ ਸਾਡੇ 21 ਦੇ 21 ਜਿਹੜੇ ਸਾਡੇ ਨੁਮਾਇੰਦੇ ਸੀ ਜਿਨ੍ਹਾਂ ਨੇ ਇਕਜੁੱਟ ਹੋ ਕੇ ਬਹੁਤ ਖੂਬਸੂਰਤੀ ਨਾਲ ਇਲੈਕਸ਼ਨ ਲੜੀ। ਉਹਦੇ ਵਿੱਚੋਂ ਵੋਟਾਂ ਦੇ ਵਿੱਚ 17 ਜਿੱਤੇ, ਲੇਕਿਨ ਸਾਡੀ ਨਜ਼ਰ ਦੇ ਵਿੱਚ 21 ਦੇ 21 ਜਿੱਤੇ। ਔਰ ਸਾਰੀਆਂ ਸਾਡੀਆਂ ਮੇਰੀਆਂ ਮਾਤਾਵਾਂ ਭੈਣਾਂ, ਮੇਰੇ ਸਾਡੇ ਸਾਰੇ ਬਜ਼ੁਰਗ, ਸਾਡੇ ਵੱਡੇ ਭਰਾ, ਕੁਛ ਛੋਟੇ ਭਰਾ ਵੀ ਜਿੱਤੇ। ਔਰ ਸਾਡੀ ਸਾਰੀ ਇੱਥੋਂ ਦੀ ਲੀਡਰਸ਼ਿਪ ਲੋਕਲ, ਜਿੰਨੀ ਸਾਡੇ ਜ਼ਿਲ੍ਹੇ ਪੱਧਰ ਦੇ ਉੱਤੇ ਜਿਨ੍ਹਾਂ ਨੇ ਬਹੁਤ ਮਿਹਨਤ ਨਾਲ ਇਹ ਕੰਮ ਕੀਤਾ। ਵੱਡੀ ਗੱਲ ਇਹ ਸੀ ਵੀ ਇਸ ਸਮੇਂ ਦੇ ਵਿੱਚ ਕਿਸਾਨੀ ਅੰਦੋਲਨ ਬੜੀ ਸਿਖਰਾਂ 'ਤੇ ਸੀ। ਸਾਰਿਆਂ ਨੂੰ, ਭਾਵੇਂ ਸੈਂਟਰ ਦੇ ਵਿੱਚ ਜਿਨ੍ਹਾਂ ਦੀ ਸਰਕਾਰ ਸੀ ਉਹ ਪਾਰਟੀ ਸੀ, 9 ਮਾਸ ਦਾ ਰਿਸ਼ਤਾ ਵੱਖ-ਵੱਖ ਹੋ ਗਿਆ ਸੀ, ਔਰ ਦਿੱਲੀ ਮਾਡਲ ਦੀਆਂ ਬੜੀਆਂ ਗੱਲਾਂ ਹੋ ਰਹੀਆਂ ਸੀ। ਉਸ ਤਰੀਕੇ ਨਾਲ ਵੇਖਿਆ ਜਾਵੇ ਤੇ ਇਹ ਜਿਹੜੀ ਇਲੈਕਸ਼ਨ ਸੀ, ਇਹਨੂੰ ਸਾਰੇ ਮੰਨ ਰਹੇ ਸੀ ਵੀ ਸ਼ਾਇਦ ਸਰਕਾਰ ਦਾ ਜਿਹੜਾ ਅਸਰ ਆ, ਕਿਉਂਕਿ ਸਾਰੇ ਕਹਿੰਦੇ 6 ਮਹੀਨੇ ਰਹਿ ਗਏ, 6 ਮਹੀਨਿਆਂ ਵਾਸਤੇ ਥੋੜ੍ਹਾ ਕੋਈ ਗੱਲ ਕਰਦੇ ਸੀ। ਅਕਾਲੀ ਦਲ ਦਾ ਸ਼ਰੇਆਮ ਕਹਿੰਦੇ ਸੀ, ਲੇਕਿਨ ਇਸ ਚੀਜ਼ ਨੇ, ਲੋਕਾਂ ਦੇ ਵਿਸ਼ਵਾਸ ਨੇ ਔਰ ਇਸ ਜਿੱਤ ਨੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਸਰਕਾਰ ਦੇ ਅੰਦਰ, ਕਾਂਗਰਸ ਪਾਰਟੀ ਦੀ ਸਰਕਾਰ ਦੇ ਅੰਦਰ, ਜਾਖੜ ਸਾਹਿਬ ਦੀ ਜਿਹੜੀ ਪ੍ਰਧਾਨਗੀ ਸੀ, ਉਸ ਚੀਜ਼ ਨੂੰ ਵਿਸ਼ਵਾਸ ਵੀ ਦਿਵਾਇਆ। ਔਰ ਵੱਡੀ ਇਹ ਗੱਲ ਆ ਵੀ ਜਿਸ ਤਰੀਕੇ ਨਾਲ ਜਿੱਤ ਹੋਈ ਆ, ਉਹ ਇੱਕ ਬੜੇ ਅੱਛੇ ਸੰਕੇਤ ਆ ਰੋਪੜ ਸ਼ਹਿਰ ਵਾਸਤੇ। ਅੱਗੇ ਕਮੇਟੀ ਬਣੀ ਸੀ ਪਹਿਲੋਂ, ਮੇਰੇ ਖਿਆਲ ਨਾਲ ਅਕਾਲੀ ਦਲ ਦੇ 11 ਸੀ ਜੀ ਉਦੋਂ, ਤੇ 6 ਆਜ਼ਾਦ, 3 ਇੱਧਰੋਂ ਉੱਧਰੋਂ ਕਰਕੇ 4 ਬੀਜੇਪੀ, ਐਂ ਕਰਕੇ ਉਸ ਲੜੋ ਲੜਾਈ ਜੀ ਰਹਿੰਦੀ ਰਹੀ। ਔਰ ਉਸ ਰਾਜਨੀਤੀ ਦੇ ਵਿੱਚ ਇਹਨਾਂ ਨੇ ਬੜਾ ਸ਼ਹਿਰ ਦਾ ਨੁਕਸਾਨ ਕੀਤਾ। ਮੈਂ ਅੱਜ ਅਖਬਾਰਾਂ ਵੀ ਪੜ੍ਹ ਰਿਹਾ ਸੀ, ਖਬਰਾਂ ਵੀ ਦੇਖ ਰਿਹਾ ਸੀ, ਉਹਦੇ ਵਿੱਚ ਇਹ ਕਹਿ ਰਹੇ ਸੀ ਵੀ ਕਾਂਗਰਸ ਦਾ ਕਬਜ਼ਾ। ਤੁਸੀਂ ਸਾਰੇ ਸੀਨੀਅਰ ਪੱਤਰਕਾਰ ਹੋ, ਸਾਰੇ ਆਪਣੇ ਆਪ ਦੇ ਵਿੱਚ ਇੱਕ ਐਕਸਪਰਟ ਹੋ, ਮੈਂ ਇਹ ਕਹਿੰਦਾ ਇਹ ਕਾਂਗਰਸ ਦਾ ਕਬਜ਼ਾ ਨਹੀਂ, ਇਹ ਲੋਕਾਂ ਦਾ ਕਬਜ਼ਾ ਹੋਇਆ ਵਾ ਕਮੇਟੀ ਦੇ ਉੱਤੇ। ਲੋਕਾਂ ਦੀ ਜਿਹੜੀ ਵਿਲ ਸੀ ਉਹ ਸਾਹਮਣੇ ਆਈ, ਔਰ ਕਾਂਗਰਸ ਜੋ ਆ ਲੋਕਾਂ ਦੀ ਹੀ ਇੱਕ ਆਵਾਜ਼ ਆ। ਔਰ ਵੱਡੀ ਇਹ ਗੱਲ ਆ ਵੀ ਇੱਕ ਸੋਚ ਨਾਲ ਅਸੀਂ ਇਸ ਕਮੇਟੀ ਨੂੰ ਅੱਗੇ ਲੈ ਕੇ, ਜਿਹੜੀ ਠੀਕ ਆ, ਕੱਲ੍ਹ ਬੜੀ ਖੁਸ਼ੀ ਵੀ ਮਨਾਈ ਗਈ, ਬਹੁਤ ਜ਼ਿਆਦਾ ਇੱਕ ਹੌਸਲਾ ਵੀ ਮਿਲਿਆ, ਲੇਕਿਨ ਅੱਜ ਤੋਂ ਕੰਮ ਸ਼ੁਰੂ ਹੋਇਆ। ਹਲੇ ਤਾਂ ਇੱਕ 5 ਸਾਲਾਂ ਦੀ ਜਿਹੜੀ ਕਮੇਟੀ ਆ ਉਹਦੀ ਮਿਆਦ ਸ਼ੁਰੂ ਹੋਈ ਆ। ਔਰ ਇਸ ਕਮੇਟੀ ਦੇ ਵਿੱਚ ਅਸੀਂ ਬੜੀਆਂ ਕੋਸ਼ਿਸ਼ਾਂ ਦੇ ਬਾਵਜੂਦ, ਬੜਾ ਕੁਛ ਕਰਨ ਦੇ ਬਾਵਜੂਦ, ਇਹ ਕਮੇਟੀਆਂ ਦਾ ਅਧਿਕਾਰ ਜਿਹੜਾ ਮਿਲਿਆ ਲੋਕਾਂ ਨੂੰ, ਇਹਨੂੰ ਸਹੀ ਢੰਗ ਨਾਲ ਅੱਗੇ ਕਿਵੇਂ ਲੈ ਕੇ ਜਾਣਾ, ਇਹ ਬੜਾ ਵੱਡਾ ਸਾਡੇ ਸਾਰਿਆਂ ਵਾਸਤੇ, ਸਾਡੇ ਸਾਰੇ 21 ਦੇ 21 ਕੌਂਸਲਰਾਂ ਵਾਸਤੇ ਇੱਕ ਵੱਡਾ ਚੈਲੰਜ ਹੋਊਗਾ। ਕਮੇਟੀ ਨੂੰ ਤਕੜਾ ਕਿਵੇਂ ਕਰਨਾ? ਕਮੇਟੀ ਤਕੜੀ ਹੋਊਗੀ ਤਾਂ ਹੀ ਲੋਕਾਂ ਦੇ ਵਾਸਤੇ ਕੁਛ ਅੱਗੇ ਕਰ ਸਕੂਗੀ। ਕਮੇਟੀ ਦਾ ਫਾਈਨੈਂਸ਼ੀਅਲ ਢਾਂਚਾ ਕੀ ਆ, ਕਮੇਟੀ ਦੀ ਇਨਕਮ ਕੀ ਆ, ਕਮੇਟੀ ਤੇ ਲਾਇਬਿਲਟੀਜ਼ ਕੀ ਆ, ਇਹ ਵੱਡੇ ਸਵਾਲ ਆ ਜਿਹੜੇ ਬੜੀ ਘੱਟ ਵਾਰ ਆਪਾਂ ਮੱਦੇ ਨਜ਼ਰ ਆਉਂਦੇ ਆ। ਕਮੇਟੀ ਦੇ ਕੌਂਸਲਰ ਆ, ਇਹਨਾਂ ਸਾਰਿਆਂ ਦੇ ਉੱਤੇ ਇੱਕ ਜ਼ਿੰਮੇਵਾਰੀ ਆ, ਇਸ ਸ਼ਹਿਰ ਦੀ ਜ਼ਿੰਮੇਵਾਰੀ, 21 ਦੇ 21 ਕੌਂਸਲਰਾਂ 'ਤੇ ਇਸ ਸ਼ਹਿਰ ਨੂੰ ਅੱਗੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਆ, ਇਸ ਸ਼ਹਿਰ ਦੇ ਤਰੱਕੀ ਦੀ ਜ਼ਿੰਮੇਵਾਰੀ ਆ। ਔਰ ਉਹਦੇ ਵਿੱਚ ਨਾਲ ਨਾਲ ਇਹ ਵੀ ਜ਼ਿੰਮੇਵਾਰੀ ਬਣਦੀ ਆ ਉਸ ਕਮੇਟੀ ਦੇ ਢਾਂਚੇ ਨੂੰ ਤਕੜਾ ਕਿਵੇਂ ਕਰਨਾ। ਤੁਸੀਂ ਸਾਰੇ ਜਿਵੇਂ ਆਪਣੀ ਪ੍ਰੈਸ ਦੇ ਵਿੱਚ, ਅਖਬਾਰ ਦੇ ਵਿੱਚ ਇੱਕ ਇੰਸਟੀਟਿਊਸ਼ਨ ਦੀ ਵੈਲਿਊ ਹੁੰਦੀ ਆ, ਆਹ ਹੀ ਇੱਕ ਕਮੇਟੀ ਇੱਕ ਇੰਸਟੀਟਿਊਸ਼ਨ ਆ, ਲੋਕਲ ਗਵਰਨਮੈਂਟ ਆ, ਜਿਹਦਾ ਆਧਾਰ ਪੱਕਾ ਕਰਨਾ ਬਹੁਤ ਜ਼ਰੂਰੀ ਆ। ਔਰ ਜਦ ਤੱਕ ਉਹਦੀ ਇਨਕਮ ਦਾ ਸਾਧਨ ਨਹੀਂ ਪੈਦਾ ਕਰਾਂਗੇ, ਖਰਚੇ ਦਾ, ਉਹ ਤਾਂ ਹੀ ਕੰਮ ਕਰਵਾ ਸਕਾਂਗੇ, ਤਾਂ ਹੀ
ਜਿਹੜੇ ਵਾਅਦੇ ਕੀਤੇ ਉਹਨਾਂ ਨੂੰ ਪੂਰਾ ਕਰ ਸਕਾਂਗੇ। ਕਰਜ਼ੇ ਲੈ ਕਮੇਟੀ ਨੂੰ ਚਲਾਉਣ ਦੇ ਵਿੱਚ ਮੇਰੀ ਸਾਰੇ ਕੌਂਸਲਰ ਸਾਹਿਬਾਨਾਂ ਨੂੰ ਇਹ ਬੇਨਤੀ ਰਹੂਗੀ ਵੀ ਆਪਾਂ ਨੂੰ ਨਵੇਂ ਤਰੀਕਿਆਂ ਦੇ ਰਾਹੀਂ, ਨਵੇਂ ਜ਼ਰੀਆ ਰਾਹੀਂ, ਔਰ ਇਸ ਕਮੇਟੀ ਨੂੰ ਇੱਕ ਇਹੋ ਜਿਹੀ ਕਮੇਟੀ ਅੱਜ ਸ਼ੁਰੂਆਤ ਹੋਈ ਆ, ਅੱਗੇ ਆਉਣ ਵਾਲਾ ਸਮਾਂ ਦੱਸੂਗਾ ਵੀ ਇਹ ਕਿਹੜੇ ਪਾਸੇ ਨੂੰ ਜਾਂਦੀ ਆ। ਲੇਕਿਨ ਤੁਹਾਡੇ ਕੋਲ ਇੱਕ ਬੜਾ, ਸਾਰੇ ਕੌਂਸਲਰ ਸਾਹਿਬਾਨਾਂ ਕੋਲ ਇੱਕ ਬੜਾ ਵਧੀਆ ਮੌਕਾ ਵਾ, ਬੜਾ ਵਧੀਆ ਮਾਹੌਲ ਆ, ਜਿਹਦੇ ਵਿੱਚ ਤੁਸੀਂ ਇਸ ਕਮੇਟੀ ਨੂੰ ਸਿਖਰਾਂ ਤੱਕ ਲੈ ਕੇ ਜਾ ਸਕਦੇ ਜੇ। ਔਰ ਜਿਵੇਂ ਪੁਰਾਣੀਆਂ ਕਮੇਟੀਆਂ ਦੀ ਕਿਤੇ ਮਿਸਾਲ ਦਿੱਤੀ ਜਾਂਦੀ ਆ, ਲੋਕਾਂ 'ਚ ਇੱਕ ਵਿਸ਼ਵਾਸ ਪੈਦਾ ਕਰ ਸਕਦੇ ਜੇ ਇਸ ਕਮੇਟੀ ਬਾਰੇ। ਮੈਂ ਦੱਸਣਾ ਚਾਹੂੰਗਾ, ਬੜੇ ਐਕਸਪੀਰੀਅੰਸ ਬਜ਼ੁਰਗ, ਆਪਣਾ ਕੀ ਕਹਿੰਦੇ ਸਾਬਕਾ MC, ਸਾਰਾ ਕੁਝ ਹੋਇਆ। ਲੇਕਿਨ ਤੁਸੀਂ ਵੇਖੋ ਕਿਸ ਤਰੀਕੇ ਨਾਲ ਇੱਕ ਨੌਜਵਾਨ ਮੁੰਡੇ ਨੇ ਇੱਕ ਐਕਸਪੀਰੀਅੰਸ ਨੂੰ ਹਰਾਇਆ ਨਹੀਂ, ਬਲਕਿ ਜ਼ਬਰਦਸਤ ਤਰੀਕੇ ਨਾਲ ਪਛਾੜਿਆ ਔਰ ਲੋਕਾਂ ਦੇ ਵਿੱਚ ਇੱਕ ਮੈਸੇਜ ਦਿੱਤਾ। ਮੈਂ ਖਾਸ ਤੌਰ ਤੇ ਨੌਜਵਾਨਾਂ ਦੀ ਗੱਲ ਕਰੂੰਗਾ ਇੱਥੇ। ਨੌਜਵਾਨਾਂ ਨੂੰ ਜਦੋਂ ਮੌਕਾ ਮਿਲਦਾ ਵਾ, ਔਰ ਸਪੈਸ਼ਲੀ MC ਇਲੈਕਸ਼ਨਾਂ ਵਿੱਚ, ਚਲੋ ਇੱਕ ਵੱਡੇ ਸਤਰ ਦੇ ਉੱਤੇ ਮੰਤਰੀ ਲੈਵਲ, MLA ਲੈਵਲ ਤੇ ਉਹ ਸਟੇਟ ਦਾ ਇੱਕ ਵੱਡਾ ਮਸਲਾ ਬਣਦਾ, ਲੇਕਿਨ ਜਿਸ ਤਰੀਕੇ ਨਾਲ ਨੌਜਵਾਨਾਂ ਨੂੰ ਇੱਕ ਮੌਕਾ ਇਸ ਸਟੇਜ ਦੇ ਉੱਤੇ ਜਿਵੇਂ ਦਿੱਤਾ ਗਿਆ ਵਾ, ਇਹ ਇੱਕ ਬੜੀ ਜ਼ਬਰਦਸਤ ਗੱਲ ਆ ਇਸ ਡੈਮੋਕ੍ਰੇਸੀ ਵਾਸਤੇ ਔਰ ਇਸ ਸਮਾਜ ਨੂੰ ਸੁਧਾਰਨ ਵਾਸਤੇ। ਇਹਦੇ ਨਾਲ ਅਗਰ ਤੁਸੀਂ ਗੱਲ ਕਹੋਗੇ, ਸਰਬਜੀਤ ਨੇ ਜਿਸ ਤਰੀਕੇ ਨਾਲ ਜਿੱਤ ਪ੍ਰਾਪਤ ਕੀਤੀ ਆ, ਔਰ ਇਹ ਵੀ ਬੜੀਆਂ ਅਟਕਲਾਂ ਸੀਗੀਆਂ, ਮੇਰੇ ਆਪ ਦੀ ਵੋਟ ਵੀ ਇੱਥੇ ਸੀ, ਸਾਰਾ ਕੁਝ ਸੀਗਾ, ਲੇਕਿਨ ਐਡੀ ਵਧੀਆ ਜਿੱਤ ਨਾਲ ਇਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਵੀ ਉਨੀ ਵੱਧ ਜਾਂਦੀ ਹੈ। ਇਹਦੇ ਨਾਲ ਮੈਂ ਇਹ ਕਰੂੰਗਾ ਵੀ 1 ਨੰਬਰ ਵਾਰਡ ਬੜੀ ਚਰਚਾ 'ਚ ਰਹੀ ਵੀ ਗੁੰਡਾਗਰਦੀ ਹੋ ਗਈ ਜੀ, ਬਦਮਾਸ਼ੀ ਹੋ ਗਈ, ਪਤਾ ਨਹੀਂ ਕੀ ਉੱਥੇ ਹੋ ਗਿਆ, ਲੁੱਟ ਕੇ ਕੁੱਟ ਕੇ, ਮਤਲਬ ਇਹ ਗਲਤ ਬਿਆਨਬਾਜ਼ੀ ਦੇ ਨਾਲ ਉਹਨਾਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਔਰ ਇੱਕ ਮੈਸੇਜ ਗਲਤ ਦੇਣ ਦੀ ਕੋਸ਼ਿਸ਼ ਕੀਤੀ ਵੀ ਪਤਾ ਨਹੀਂ ਉੱਥੇ ਕੀ ਹੋ ਗਿਆ। ਜਦ ਕਿ ਅਸਲੀਅਤ ਬੋਲਣੀ ਜ਼ਰੂਰੀ ਆ, ਅਸੀਂ ਉਦੋਂ ਰਿਐਕਟ ਨਹੀਂ ਕੀਤਾ। ਉਹਨਾਂ ਦੇ ਵੱਲੋਂ ਜਿਸ ਤਰੀਕੇ ਨਾਲ ਅਟੈਕ ਕੀਤਾ ਗਿਆ, ਜਿਸ ਤਰੀਕੇ ਨਾਲ ਇਹਨਾਂ ਨੂੰ ਡਰਾਇਆ ਧਮਕਾਇਆ ਗਿਆ, ਉਹ ਗਲਤ ਸੀਗਾ, ਉਹਦੇ ਬਾਰੇ ਉਹਨਾਂ ਨੇ ਵੇਰਵਾ ਨਹੀਂ ਪਾਇਆ। ਸੋ ਮੇਰਾ ਸਿਰਫ ਇਹ ਕਹਿਣ ਦਾ ਮਤਲਬ ਆ ਵੀ ਪੁਨੀਤ ਔਰ ਵਿਜੇ ਉਹਨਾਂ ਨੇ, ਜਿਵੇਂ ਭੈਣ ਜੀ ਨੀਲਮ ਹੋਣੀ ਇੱਥੇ ਬੈਠੇ ਆ, ਜਿੰਨਾ ਇਹਨਾਂ ਨੇ ਮਤਲਬ ਜ਼ਬਰਦਸਤ ਜਿੱਤ ਪ੍ਰਾਪਤ ਕੀਤੀ ਔਰ 25 ਸਾਲਾਂ ਤੋਂ ਉੱਥੇ ਅਕਾਲੀ ਦਲ ਜਿੱਤਦਾ ਸੀ। 25 ਸਾਲਾਂ ਤੋਂ, ਕਿਉਂ ਬਾਈ ਸਾਹਿਬ ਇੰਨਾ ਹੀ ਹੋਣਾ ਮੇਰੇ ਹਿਸਾਬ ਨਾਲ, ਪਰ ਉੱਥੇ ਅਕਾਲੀ ਦਲ ਦਾ ਗੜ੍ਹ ਸੀਗਾ, ਲੇਕਿਨ ਜਿਸ ਤਰੀਕੇ ਨਾਲ ਹਰਾਇਆ, ਉਹ ਇੱਕ ਬੜਾ ਵਧੀਆ ਮਤਲਬ ਮੈਸੇਜ ਗਿਆ ਉਸ ਚੀਜ਼ ਦੇ ਵਿੱਚ। ਸੋ ਅਖੀਰ ਦੇ ਵਿੱਚ ਇਹ ਤਾਂ ਸਾਰੇ ਸਾਡੇ ਕੋਈ ਰਹਿ ਤਾਂ ਨਹੀਂ ਗਿਆ ਜਿੱਤਿਆ, ਜਿੰਨਾ ਬਾਰੇ ਨਹੀਂ ਦੱਸਿਆ ਗਿਆ, ਸਾਰਿਆਂ ਬਾਰੇ ਹੋ ਗਿਆ। ਲੇਕਿਨ ਇਸ ਤੋਂ ਇੰਪੋਰਟੈਂਟ ਵੀ ਮੈਂ ਇਹ ਸਮਝਦਾ, ਕੱਲ੍ਹ ਵੀ ਜਦੋਂ ਮੈਂ ਸਾਰੀ ਰਿਜ਼ਲਟ ਆਇਆ, ਮੈਂ ਸਭ ਤੋਂ ਪਹਿਲਾਂ 4 ਫੋਟੋਆਂ ਪਾਈਆਂ। ਉਹ ਮੈਂ ਪਾਈ ਆਪਣਾ ਕਹਿੰਦੇ ਸੁਖਦੇਵ ਭਾਜੀ ਹੋਣਾ ਦੀ, ਬਾਵੇ ਦੀ, ਆਪਣਾ ਕੀ ਕਹਿੰਦੇ ਰਵਿੰਦਰ ਭੈਣ ਜੀ ਦੀ, ਔਰ ਆਪਣਾ ਕੀ ਕਹਿੰਦੇ ਉਹਨਾਂ ਦੀ ਜਗੀਰ ਜੀ ਦੀ। ਇਹ ਚਾਰੋਂ ਲੜਾਈਆਂ ਜਿਸ ਤਰੀਕੇ ਨਾਲ ਇਹਨਾਂ ਨੇ ਲੜੀਆਂ, ਇਹਨਾਂ ਦਾ ਵੀ ਕੁਰਬਾਨੀ ਔਰ ਇਹਨਾਂ ਦਾ ਜੋ ਪਾਰਟੀ ਪ੍ਰਤੀ ਉਹ ਸੀਗਾ, ਪਾਰਟੀ ਦਾ ਫਰਜ਼ ਬਣਦਾ ਵਾ। ਅਕਸਰ ਹੁੰਦਾ ਕੀ ਆ, ਇੱਕ ਤਾਂ ਇਹ ਮੇਰੇ ਵਾਲੀ ਕੈਟੇਗਰੀ 'ਚ ਆ ਗਏ, ਮੈਂ ਵੀ ਹਾਰਿਆ ਸੀਗਾ, ਸੋ ਇਹ ਮੇਰੀ ਬਰਾਦਰੀ ਬਣ ਗਈ ਇੱਕ ਤਰ੍ਹਾਂ ਤੋਂ। ਸੋ ਇਹਨਾਂ ਦਾ ਮੇਰੇ ਵਾਸਤੇ ਖਾਸ ਇਹਨਾਂ ਦਾ ਸਤਿਕਾਰ ਆ, ਖਾਸ ਇਹਨਾਂ ਦਾ ਮਾਨ ਸਨਮਾਨ ਆ, ਔਰ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਵਾਅਦੇ ਇਹਨਾਂ ਵੱਲੋਂ ਪੂਰੇ ਕੀਤੇ ਗਏ ਆ ਉਹਨਾਂ ਨੂੰ ਸਿਰੇ ਚੜਾਈਏ, ਔਰ ਤਾਂ ਕਿ ਆਉਣ ਵਾਲੇ ਸਮੇਂ 'ਚ ਇਸ ਕਮੇਟੀ ਨੂੰ ਹੋਰ ਤਗੜਾ ਕਰੀਏ। ਔਰ ਇਹੀ ਸਾਡੇ, ਮੇਰੀ ਨਜ਼ਰ ਦੇ ਵਿੱਚ, ਠੀਕ ਆ, ਕਮੇਟੀ ਦੀ ਨਜ਼ਰ ਦੇ ਵਿੱਚ, ਕਾਨੂੰਨ ਦੀ ਨਜ਼ਰ ਦੇ ਵਿੱਚ ਇਹ ਸਾਰਾ ਕੁਛ ਆ, ਲੇਕਿਨ ਮੇਰੇ ਕਾਉਂਸਲਰ ਇਹੋ ਹੀ ਰਹਿਣਗੇ ਔਰ ਮੈਂ ਉਮੀਦ ਕਰੂੰਗਾ ਵੀ ਇਹਨਾਂ ਦੇ ਰਾਹੀਂ ਆਪਾਂ ਇਹ ਕੰਮ ਕਰ ਸਕੀਏ। ਸੋ ਇਹ ਸਾਡੇ ਸਾਰੇ ਕੈਂਡੀਡੇਟ ਸੀਗੇ, ਕਿਉਂਕਿ ਸਾਡੇ ਕੋਲ ਸਿਰਫ 7 ਤੋਂ 9 ਮਹੀਨਿਆਂ ਦਾ ਸਮਾਂ ਵਾ, ਕਿਸੇ ਵੀ ਟਾਈਮ ਕੋਡ ਲੱਗ ਸਕਦਾ ਵਾ। ਸਰਕਾਰ ਉੱਪਰੋਂ ਪਤਾ ਨਹੀਂ ਕੀ ਮਨਸ਼ਾਵਾਂ ਰੱਖਦੀ ਆ, ਸਰਕਾਰਾਂ ਭੰਗ ਕਰਨ ਦੀਆਂ ਵੀ ਬੜੀ ਵਾਰ ਗੱਲਾਂ ਚੱਲਦੀਆਂ, ਲੇਕਿਨ ਸਾਨੂੰ ਇਸ ਚੈਲੰਜ ਨੂੰ, ਬੇਸ਼ੱਕ 5 ਸਾਲਾਂ ਦੀ ਕਮੇਟੀ ਦੀ ਮੁਆਦ ਆ, ਲੇਕਿਨ ਲੋਕਾਂ ਨੇ ਸਾਡੇ ਤੋਂ ਸਾਲ ਬਾਅਦ ਜਵਾਬ ਜ਼ਰੂਰ ਮੰਗਣਾ ਜਦੋਂ ਅਸੀਂ ਅਗਲੀ ਇਲੈਕਸ਼ਨ ਵਿੱਚ ਜਾਣਾ। ਸੋ ਮੈਂ ਸਾਰੀ ਕਮੇਟੀ ਨੂੰ ਤੁਹਾਡੇ ਰਾਹੀਂ ਵੀ ਔਰ ਕਮੇਟੀ ਨੂੰ ਵੀ ਡਾਇਰੈਕਟਲੀ ਵੀ ਅਪੀਲ ਕਰੂੰਗਾ ਵੀ ਤੁਹਾਡੇ ਹੱਥ ਜਿਹੜੀ ਜ਼ਿੰਮੇਵਾਰੀ ਆਈ ਆ, ਤੁਸੀਂ ਉਮੀਦ ਕਰਦੇ ਆ ਕਿ ਇੱਕ ਜੁਟਤਾ ਜਿਵੇਂ ਤੁਸੀਂ ਇਸ ਇਲੈਕਸ਼ਨ 'ਚ ਵਿਖਾਈ ਆ, ਉਵੇਂ ਤੁਹਾਡੀ ਰੈਗੂਲਰ ਮੀਟਿੰਗਸ ਹੋਣ, ਰੈਗੂਲਰ ਤੁਹਾਡਾ ਵਿਚਾਰ ਵਟਾਂਦਰਾ ਹੋਵੇ, ਔਰ ਕੋਈ ਆਪਾਂ ਜੰਗ ਦਾ ਮੈਦਾਨ ਨਹੀਂ ਬਣਾਉਣਾ। ਨਾਲ ਅਕਾਲੀ ਦਲ ਦੇ ਦੋਵੇਂ ਉਮੀਦਵਾਰਾਂ ਨੂੰ ਔਰ ਉਹਨਾਂ ਦੇ ਜਿਹੜੇ ਬਾਕੀ ਉਮੀਦਵਾਰ ਆ ਉਹਨਾਂ ਨੂੰ ਵੀ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ ਵੀ ਇੱਕ ਭਾਈਚਾਰਕ ਸਾਂਝ ਆਪਣੇ ਸ਼ਹਿਰ ਦੀ ਬਰਕਰਾਰ ਰਵੇ। ਮੈਂ ਜਿਵੇਂ ਪਹਿਲਾਂ ਕਿਹਾ ਸੀ, ਜਿੱਤਣ ਤੋਂ ਪਹਿਲਾਂ ਤੁਸੀਂ ਸਾਰੇ ਜਦੋਂ ਇਲੈਕਸ਼ਨ ਲੜੀ ਸੀ ਉਦੋਂ ਵੀ ਚਾਹ ਪੀ ਕੇ ਆਏ ਹੋ, ਮੈਂ ਔਰ ਫਿਰ ਤੁਹਾਨੂੰ ਦੁਬਾਰਾ ਅਪੀਲ ਕਰਦਾ, ਹਾਰਨ ਤੋਂ ਜਿਹੜਾ ਕੋਈ ਹਾਰ ਗਿਆ, ਜਿੱਤ ਗਿਆ, ਇਹ ਜ਼ਿੰਦਗੀ ਦਾ ਹਿੱਸਾ ਵਾ। ਮੈਂ ਫਿਰ ਤੁਹਾਨੂੰ ਕਹਿੰਦਾ, ਇੱਕ ਵਾਰ ਜਾ ਕੇ ਜਿਹੜੇ ਜਿੱਤ ਗਿਆ ਉਹਨਾਂ ਨੂੰ ਖੁਰਾਕ ਦੇ ਲਈ ਵਿਖਾਣੀ ਚਾਹੀਦੀ ਆ,
ਔਰ ਆਪਣੇ ਕੈਂਡੀਡੇਟ ਨੂੰ ਘੱਟੋ ਘੱਟ ਜਾ ਕੇ ਚਾਹ ਪੀਣੀ ਚਾਹੀਦੀ ਆ, ਗੱਲ ਕਰਨੀ ਚਾਹੀਦੀ ਆ, ਔਰ ਵਾਰਡ ਦੇ ਵਿਕਾਸ ਵਾਸਤੇ ਜੋ ਕੋਈ ਸਾਂਝੇ ਕੰਮ ਆ ਉਹਨਾਂ ਨੂੰ ਤਵੱਜੂ ਦੇਣੀ ਚਾਹੀਦੀ ਆ। ਕਿਉਂਕਿ ਇਹ ਖਟਾਸ ਆਪਾਂ ਕੋਈ ਸ਼ਹਿਰ ਦੇ ਵਿੱਚ ਹੀ ਰਹਿਣਾ, ਕੋਈ ਉਹ ਮਾਹੌਲ ਨਹੀਂ ਬਣਾਉਣਾ। ਪਿੰਡਾਂ 'ਚ ਜਿਵੇਂ ਕਈ ਵਾਰ ਮੰਡੀਆਂ ਪੈ ਜਾਂਦੀਆਂ, ਉਹ ਲੰਮੀਆਂ ਚੱਲਦੀਆਂ, ਲੇਕਿਨ ਸ਼ਹਿਰਦਾਰੀ ਨੂੰ ਔਰ ਭਾਈਚਾਰਕ ਸਾਂਝ ਨੂੰ ਬਰਕਰਾਰ ਕਰਦੇ ਹੋਏ ਤੁਸੀਂ ਸਾਰਿਆਂ ਨੂੰ ਵੱਧ ਤੋਂ ਵੱਧ ਇਨਵੋਲਵ ਕਰੋ। ਔਰ ਅਖੀਰ ਦੇ ਵਿੱਚ ਮੈਂ ਸਿਰਫ ਇੰਨਾ ਕਹੂੰਗਾ ਵੀ ਸ਼ਹਿਰ ਵਾਸਤੇ ਇਸ ਤੋਂ ਵਧੀਆ ਸੰਕੇਤ ਨਹੀਂ ਹੋ ਸਕਦੇ। ਜਿਸ ਤਰੀਕੇ ਦਾ ਸਾਲ ਅਖੀਰਲਾ ਹੁੰਦਾ, ਸਰਕਾਰ ਦਾ ਵੀ ਪੁਸ਼ ਜ਼ਿਆਦਾ ਹੁੰਦਾ, ਡਿਵੈਲਪਮੈਂਟ ਵੱਲ ਨੂੰ ਜ਼ਿਆਦਾ ਹੁੰਦਾ, ਜਿਹੜਾ 4 ਸਾਲਾਂ ਦੇ ਵਿੱਚ ਜਿਵੇਂ ਫਾਈਨੈਂਸ਼ੀਅਲ ਜੋ ਸਿਚੁਏਸ਼ਨ ਨੂੰ ਠੀਕ ਕੀਤਾ ਵਾ, ਉਮੀਦ ਕਰਦੇ ਹਾਂ ਸਰਕਾਰ ਤੋਂ ਵਧੀਆ ਤਰੀਕੇ ਨਾਲ ਚੰਗੀ, ਭਾਵੇਂ ਬੱਸ ਸਟੈਂਡ ਦੀ ਗੱਲ ਹੋਵੇ, ਭਾਵੇਂ ਪਨਕੈਸ਼ੀਆ ਦੀ ਗੱਲ ਹੋਵੇ, ਭਾਵੇਂ ਆਪਣਾ ਸ਼ਹਿਰ ਦੀ ਸਾਫ਼ ਸਫਾਈ ਦੀ ਗੱਲ ਹੋਵੇ, ਛੋਟੀਆਂ ਮਸਲੇ ਹੋਣ, ਵੱਡੇ ਮਸਲੇ ਹੋਣ, ਉਹਨਾਂ ਚੀਜ਼ਾਂ ਦਾ ਕੋਈ ਨਾ ਕੋਈ ਆਉਣ ਵਾਲੇ ਸਮੇਂ 'ਚ ਹੱਲ ਕਰਕੇ ਲਿਆਵਾਂਗੇ। ਔਰ ਇਹਦੇ ਨਾਲ ਇਹ ਉਮੀਦ ਕਰਦੇ ਹਾਂ ਵੀ ਇਸ ਕਮੇਟੀ ਨੂੰ, ਇੱਕ ਜਿਵੇਂ ਪਿਛਲੀ ਕਮੇਟੀ ਦੇ ਜਿਹੜੇ ਇਲਜ਼ਾਮ ਲੱਗੇ ਆ, ਆਪਣਾ ਕੀ ਕਹਿੰਦੇ, ਸਾਰਿਆਂ ਨੂੰ ਬੇਨਤੀ ਅਪੀਲ ਕਰੂੰਗਾ ਵੀ ਭਾਵੇਂ ਕਰਪਸ਼ਨ ਦੇ, ਭਾਵੇਂ ਸ਼ਹਿਰ ਦੇ ਵਿੱਚ ਵੱਖਵਾਦ ਦੇ, ਭਾਵੇਂ ਸ਼ਹਿਰ ਦੇ ਵਿੱਚ ਸਿਰਫ ਆਪਣੇ ਬੰਦਿਆਂ ਦੇ ਮਕਾਨ ਉੱਪਰ ਚੱਕ ਦੇਣੇ ਔਰ ਥੱਲਿਆਂ ਦੇ ਦੂਜਿਆਂ ਦੇ ਰਹਿਣ ਦੇਣੇ, ਪਾਣੀ ਦਾ ਕੋਈ ਫਲੋ ਨਾ ਬਣਨਾ, ਇਹੋ ਜਿਹੀਆਂ ਚੀਜ਼ਾਂ ਦਾ ਆਪਾਂ ਬਚਾਵ ਰੱਖਣਾ ਵਾ। ਔਰ ਅਸੀਂ ਕੋਸ਼ਿਸ਼ ਕਰਾਂਗੇ ਬਿਨਾਂ ਪੱਖਪਾਤ ਤੋਂ ਸਾਫ਼ ਸੁਥਰੀ ਇੱਕ ਕਮੇਟੀ ਦੀ ਤੁਹਾਨੂੰ ਮਿਸਾਲ ਦੇ ਸਕੀਏ। ਔਰ ਇਹ ਵੀ ਅਪੀਲ ਕਰਾਂਗੇ, ਇੱਕ ਤੁਹਾਡੀਆਂ ਵੀ ਗੱਲਾਂ ਬਾਤਾਂ ਬੜੀਆਂ ਵਾਰ ਮੰਨਦਾ, ਬੜੀ ਵਾਰ ਅੱਜ ਮੌਕਾ ਮਿਲਿਆ ਪ੍ਰੈਸ ਵਾਲਿਆਂ ਨਾਲ ਮੁਤਾਫਕ ਹੋਣ ਦਾ, ਜਿਹੜੀਆਂ ਕਿਤੇ ਵਾਰ ਇਹ ਵੀ ਗੱਲਾਂ ਬਾਤਾਂ ਆਉਂਦੀਆਂ ਸੀਗੀਆਂ, ਪਤਾ ਨਹੀਂ ਵਾਲੀ ਵਾਰਸ ਨਹੀਂ ਕੋਈ ਬਣ ਰਿਹਾ, ਕੁਝ ਨੁਕਸਾਨ ਹੋ ਰਿਹਾ, ਢਾਂਚਿਆਂ ਦੇ ਨਾਲ ਹੀ ਵਾਲੀ ਵਾਰਸ ਬਣਦੇ ਆ। ਆਪਣੇ ਆਪ ਨੂੰ ਐਵੇਂ ਐਗਜ਼ਰਟ ਕਰੀ ਜਾਣਾ ਜਿੱਥੇ ਜਿੱਥੇ ਸਾਡਾ ਹੱਕ ਨਹੀਂ ਬਣਦਾ, ਉਹ ਵੀ ਗੱਲ ਨਹੀਂ ਬਣਦੀ। MLA ਸਾਹਿਬ ਇੱਥੇ ਜਿੱਤੇ ਹੋਏ ਸੀਗੇ, ਲੇਕਿਨ ਅੱਜ ਸਾਡੇ ਕੋਲ ਕਮੇਟੀ ਸ਼ਹਿਰ ਦੇ ਵਿੱਚ ਇੱਕ ਲੋਕਲ ਗਵਰਨਮੈਂਟ ਬਣ ਗਈ ਆ। ਸੋ ਸ਼ਹਿਰ ਨੂੰ ਐਟਲੀਸਟ ਜਿਹੜਾ ਇੱਕ ਰਾਮ ਰੌਲਾ ਰਹਿੰਦਾ ਸੀਗਾ, ਵੀ ਇੱਕ ਜਿਹੜੀ ਮੁਸ਼ਕਲਾਂ ਦਾ ਆਉਂਦਾ ਸੀਗਾ, ਔਰ ਜਿਹਦੇ ਕਰਕੇ ਸ਼ਾਇਦ ਕਈ ਵਾਰ ਸੱਜੇ ਖੱਬੋਂ ਇੰਟਰਫੇਰੈਂਸ ਵੀ ਹੁੰਦੀ ਸੀ, ਉਸ ਚੀਜ਼ ਦੀ ਵੀ ਉਮੀਦ ਕਰਾਂਗੇ ਜਦੋਂ, ਕਿਉਂਕਿ ਹਰੇਕ ਨੂੰ ਦਰਦ ਹੁੰਦਾ, ਹਰੇਕ ਨੂੰ ਆਪਣੇ ਸ਼ਹਿਰ ਨਾਲ ਪਿਆਰ ਹੁੰਦਾ। ਹੁਣ ਇਹ ਸ਼ਹਿਰ ਦੇ ਮੈਂ ਕਹੂੰਗਾ 21 ਦੇ 21 ਨੁਮਾਇੰਦੇ ਜਿਹੜੇ ਸ਼ਹਿਰ ਨੂੰ ਪੂਰੀ ਤਰ੍ਹਾਂ ਸਮਝਦੇ ਆ, ਸਭ ਇੱਕ ਤਰੀਕੇ ਨਾਲ ਕਰਦੇ ਆ, ਉਸ ਦੇ ਵਿੱਚ ਇਹ ਸક્ષਮ ਰਹਿਣਗੇ ਔਰ ਇੱਕ ਮਿਹਨਤ ਕਰਕੇ ਇੱਕ ਵਧੀਆ ਤਰੀਕੇ ਨਾਲ ਇਹ ਕਮੇਟੀ ਨੂੰ ਚਲਾਉਣਗੇ। ਕਿਉਂਕਿ ਇਹ ਲੋਕਾਂ ਦੀ ਕਮੇਟੀ ਆ, ਇਹ ਕਾਂਗਰਸ ਦੀ ਕਮੇਟੀ ਆ, ਇਹ ਕੋਈ ਕਿਸੇ ਵਿਅਕਤੀ ਵਿਸ਼ੇਸ਼ ਦੀ ਕਮੇਟੀ ਨਹੀਂ ਆ, ਇਹ ਕਿਸੇ ਇੱਕ ਇੰਡੀਵਿਜੂਅਲ ਲੀਡਰ ਦੀ ਕਮੇਟੀ ਨਹੀਂ ਆ, ਭਾਵੇਂ ਉਹ ਕੋਈ ਵੀ ਹੋਵੇ, ਭਾਵੇਂ ਉਹ ਕੋਈ ਵੀ ਸੰਬੰਧ ਰੱਖਦਾ ਹੋਵੇ, ਕਾਂਗਰਸ ਪਾਰਟੀ ਔਰ ਲੋਕਾਂ ਦੀ ਕਮੇਟੀ ਆ। ਔਰ ਇਹੀ ਮੈਸੇਜ ਅਸੀਂ ਦੇਣਾ ਚਾਹੁੰਦੇ ਹਾਂ ਵੀ ਇਹਨੂੰ ਕਿਸੇ ਇੱਕ ਮੇਰੇ ਨਾਲ ਜਾਂ ਕਿਸੇ ਹੋਰ ਨਾਲ ਜੋੜ ਕੇ ਨਾ ਵੇਖਿਆ ਜਾਵੇ। ਔਰ ਇੰਨਾ ਕੁ ਜ਼ਰੂਰ ਕਵਾਂਗੇ ਵੀ ਅਖੀਰਲੀ ਇੱਕ ਗੱਲ ਜਿਹੜੀ ਮੈਂ ਕਹਿ ਕੇ ਜਿਹਨੂੰ ਆਪਣੇ ਸਮਾਪਤ ਕਰੂੰਗਾ, ਵੀ ਅੱਜ ਕਮੇਟੀ ਦੀ ਗੱਲਾਂ ਕਰੀਏ, ਕਮੇਟੀ ਤੱਕ ਸੀਮਿਤ ਰੱਖੀਏ। ਜਿਹੜੇ ਤੁਹਾਡੇ ਅਗਲੇ ਸਵਾਲ ਆ ਪ੍ਰਧਾਨਗੀ ਵਾਲੇ, ਉਹਦੇ ਬਾਰੇ ਅੱਜ ਨਹੀਂ ਮੈਂ ਕੁਝ ਬੋਲਣਾ, ਨਾ ਮੇਰੇ ਤੋਂ ਪੁੱਛਿਓ, ਨਾ ਮੇਰੇ ਤੋਂ ਕੋਈ ਜਵਾਬ ਸੂਹਾਂ ਲੈਣ ਦੀ ਕੋਸ਼ਿਸ਼ ਕਰਿਓ। ਉਹ ਫੈਸਲਾ ਪਾਰਟੀ ਦਾ ਹੋਊਗਾ ਔਰ ਇਹਨਾਂ ਸਾਰਿਆਂ ਦਾ ਹੋਊਗਾ। ਉਹਦੇ ਬਾਰੇ ਜਦੋਂ ਸਮਾਂ ਆਊਗਾ ਉਦੋਂ ਗੱਲ ਕਰਾਂਗੇ ਔਰ ਉਸ ਸਮੇਂ ਦੱਸਾਂਗੇ। ਐਵੇਂ ਨਾ ਸਾਡੇ ਬੰਦਿਆਂ ਨੂੰ ਭਜਾਈ ਰੱਖਿਓ, ਤੇ ਐਵੇਂ ਕਈ ਪੱਤਰਕਾਰ ਵੀ ਕਹਿੰਦੇ 4 ਦਾਅਵੇਦਾਰ ਆ, 5 ਦਾਅਵੇਦਾਰ ਆ, 21 ਦੇ 21 ਦਾਅਵੇਦਾਰ ਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਭਾਵੇਂ ਉਹ ਇਹ ਆ ਜਾਂ ਉਹ ਆ, ਇਹਦੇ ਵਿੱਚ ਕੋਈ ਵੱਖਵਾਦ ਨਹੀਂ ਹੋਣਾ ਚਾਹੀਦਾ। ਔਰ ਉਹ ਪ੍ਰਧਾਨਗੀ ਦਾ ਜਿਹੜਾ ਮਸਲਾ ਵਾ, ਉਹ ਇੱਕ ਬੜੇ ਗੱਲ ਚੀਜ਼ਾਂ ਹੁੰਦੀਆਂ ਵਾ, ਉਹਦੇ ਬਾਰੇ ਤੁਸੀਂ, ਮੇਰੇ ਕੋਲ ਇਤਿਹਾਰ ਨਹੀਂ ਹੈਗਾ ਵੀ ਮੈਨੂੰ ਕਹੇ ਜਾਵੇ ਜਾਂ ਕਿਸੇ ਹੋਰ ਨੂੰ ਕਿਹਾ ਜਾਵੇ। ਜਦੋਂ ਸਮਾਂ ਆਊਗਾ ਤੁਹਾਨੂੰ ਉਹ ਸਮੇਂ ਦੇ ਹਿਸਾਬ ਨਾਲ ਪਤਾ ਚੱਲ ਜਾਊਗਾ। ਲੇਕਿਨ ਪੱਤਰਕਾਰਾਂ ਨੂੰ ਆਦਤ ਹੁੰਦੀ ਆ ਵੀ ਸਮੇਂ ਤੋਂ ਪਹਿਲਾਂ ਬ੍ਰੇਕਿੰਗ ਨਿਊਜ਼ ਕਰਨੀ ਆ। ਸੋ ਬ੍ਰੇਕਿੰਗ ਨਿਊਜ਼ ਤੁਹਾਨੂੰ ਅੱਜ ਕੋਈ ਨਹੀਂ ਭਲਣੀ, ਨਾ ਕੋਈ ਸੰਕੇਤ ਮਿਲਣਾ, ਨਾ ਕੋਈ ਗੱਲ ਕਰਨਾ। ਪਾਰਟੀ ਦਾ ਫੈਸਲਾ MP ਸਾਹਿਬ ਵਿੱਚ ਹੈਗੇ ਆ, ਜਾਖੜ ਸਾਹਿਬ ਵਿੱਚ ਹੈਗੇ ਆ, ਕੈਪਟਨ ਸਾਹਿਬ ਵਿੱਚ ਹੈਗੇ ਆ, ਜਿਨ੍ਹਾਂ ਦਾ ਇਸ ਸ਼ਹਿਰ ਦੇ ਉੱਤੇ ਹੱਕ ਬਣਦਾ ਵਾ। ਔਰ ਸਭ ਤੋਂ ਵੱਡੀ ਇਹ ਗੱਲ ਆ, 21 ਦੇ 21 ਕਾਉਂਸਲਰ ਵਿੱਚ ਹੈਗੇ ਆ, ਇਹਨਾਂ ਦਾ ਸਾਂਝਾ ਫੈਸਲਾ ਹੋਣਾ ਚਾਹੀਦਾ। ਔਰ ਇਹਨਾਂ ਦੇ ਹਿਸਾਬ ਨਾਲ ਬਾਈਨੇ ਵੀ ਹੈਗੇ, MLA ਸਾਹਿਬ ਵੀ ਹੈਗੇ, ਉਹਨਾਂ ਦਾ ਵੀ ਸਤਿਕਾਰ ਕਰਾਂਗੇ, ਉਹਨਾਂ ਦੇ ਵੀ ਰਾਏ ਵਿਚਾਰ ਵਟਾਂਦਰਾ ਜ਼ਰੂਰ ਲਵਾਂਗੇ ਔਰ ਸਾਰਿਆਂ ਦੇ ਫੈਸਲੇ ਦੇ ਨਾਲ ਇਹ ਫੈਸਲਾ ਕਰਾਂਗੇ, ਜਿਹਦੇ ਨਾਲ ਇਹ ਨਾ ਮਸਲਾ ਹੋਵੇ ਵੀ ਇੱਕ ਆਪਾਂ ਚੀਜ਼ ਨੂੰ ਇੰਨਾ ਵੱਡਾ ਮਸਲਾ ਬਣਾ ਦਈਦਾ ਵੀ ਪਤਾ ਨਹੀਂ ਵੀ ਕੀ ਜਿਹਦੇ ਨਾਲ ਵੰਡੀਆਂ ਪੈ ਜਾਣ, ਵੱਖਵਾਦ ਪੈ ਜਾਣ। ਮਸਲਾ ਇਹ ਆ ਆਪਣਾ ਕੀ ਕਹਿੰਦੇ ਵੀ ਇਸ ਚੀਜ਼ ਨੂੰ ਇਕੱਠੇ ਰੱਖਣਾ ਔਰ ਇਸ ਚੀਜ਼ ਨਾਲ ਅੱਗੇ ਵਧਣਾ। ਸੋ ਇਸ ਤੋਂ ਇਲਾਵਾ ਬਾਕੀ ਜਿਹੜੇ ਸਵਾਲ ਆ ਤੁਹਾਡਾ, ਮੈਂ ਇਸ ਕਰਕੇ ਇਹ ਸਵਾਲ ਪਹਿਲਾਂ ਕਹਿ ਦਿੱਤਾ ਕਿਉਂਕਿ ਮੈਨੂੰ ਪਤਾ ਸੀ ਪਹਿਲਾਂ ਹੀ ਤੁਸੀਂ ਇਸ ਚੀਜ਼ 'ਚ ਉਲਝਾ ਦੇਣਾ ਸੀਗਾ ਸਾਰਾ ਮਸਲਾ। ਇਸ ਤੋਂ ਇਲਾਵਾ ਕੋਈ ਮਸਲਾ ਹੋਵੇ ਜਾਂ ਕੋਈ ਗੱਲਬਾਤ ਹੋਵੇ ਉਹ ਜ਼ਰੂਰ ਪੁੱਛੋ। ਉਹਦੇ ਵਾਸਤੇ ਮੇਰੇ ਵੱਲੋਂ ਤੁਹਾਡੀ ਗੱਲ ਕਹੀ ਸੀ ਉਹ ਜਾਇਜ਼ ਸੀ ਔਰ ਉਸ ਚੀਜ਼ ਦੇ ਉੱਤੇ ਜੋ ਬਣਦੀ ਕਾਰਵਾਈ ਆ ਉਹਦੇ ਵਾਸਤੇ ਵੀ ਅਸੀਂ ਅਪੀਲ ਕਰਾਂਗੇ। ਔਰ ਮੈਂ ਤਾਂ ਇਹਨਾਂ ਨੂੰ ਵੀ ਕਿਹਾ ਸੀ, ਮੈਂ ਤਾਂ ਰੀ-ਇਲੈਕਸ਼ਨ ਦੀ ਵੀ ਉੱਥੇ ਮੰਗ ਕਰੂੰਗਾ, ਕਿਉਂਕਿ ਜਦੋਂ ਵੋਟਾਂ 'ਚ ਗਲਤ ਪਈਆਂ ਹੋਣ ਤੇ ਉੱਥੇ ਜਿਹੜੀ ਵੋਟਾਂ ਗਲਤ ਬਣੀਆਂ ਹੋਣ, ਉਹਦੇ ਕਰਕੇ ਉਹਦੇ ਸਿਰ ਦੇ ਉੱਤੇ ਠੀਕ ਆ ਜਣੇ ਔਰ ਇੱਕ ਮਾਹੌਲ ਵੀ ਖਰਾਬ ਹੋਇਆ, ਲੋਕਾਂ ਨੂੰ ਲੱਗਾ ਵੀ ਲੈ ਜਾਲੀ ਤਾਂ ਆਉਂਦੀ ਆ ਰਹੇਗੀ। ਔਰ ਉਹ ਇੱਕ ਸਾਡੇ ਵਾਸਤੇ ਵੱਡਾ ਕਾਰਨ ਰਿਹਾ। ਬਾਬਾ ਜੀ ਦੀ ਵੀ ਅਗਰ ਗੱਲ ਕਰੀਏ ਔਰ ਭੈਣ ਜੀ ਉੱਧਰੋਂ ਰਵਿੰਦਰ ਭੈਣ ਜੀ ਦੀ ਔਰ ਜਗੀਰ ਜੀ ਦੀ ਗੱਲ ਕਰੀਏ, ਚਲੋ ਕੋਈ ਜਿੱਤਦਾ ਕੋਈ ਹਾਰਦਾ, ਲੇਕਿਨ ਸਭ ਨੂੰ ਵਧਾਈ ਔਰ ਉਮੀਦ ਕਰਦੇ ਹਾਂ ਸਾਡੇ ਸਾਰੇ ਜਿਹੜੇ ਪੁਰਾਣੇ ਮਗਰ ਸਾਥੀ ਬੈਠੇ ਆ
ਇਹ ਸਾਡੀਆਂ ਰੀੜ੍ਹ ਦੀਆਂ ਹੱਡੀਆਂ ਵਾ। ਮੇਰੀ ਆਪ ਦੀ ਘਰ ਦੇ ਪਰਿਵਾਰਕ ਮੈਂਬਰ ਗੁਰਜੰਟ ਰਮਨ ਜਿਨ੍ਹਾਂ ਨੇ ਮੇਰੇ ਮਗਰੋਂ ਵੀ ਪੂਰਾ ਸਾਥ ਦਿੱਤਾ, ਇਹਨਾਂ ਸਾਰਿਆਂ ਦਾ ਬਹੁਤ ਆਰ ਪੱਧਰ ਤੇ ਹੈਗੇ। ਦੇਖੋ ਬੜਾ ਵਾਜਬ ਸਵਾਲ ਆ। ਬਜਟ ਆ ਰਿਹਾ, ਪੈਸਿਆਂ ਦੇ ਨਾਲ ਹੀ ਜ਼ਿਆਦਾਤਰ ਵਾਅਦੇ ਪੂਰੇ ਹੁੰਦੇ ਆ। ਇੱਕ ਤਾਂ ਆਪਾਂ ਟਰਾਂਸਪੇਰੈਂਸੀ ਦੀ ਗੱਲ ਕਰਦੇ ਹਾਂ, ਉਹਦੇ ਵਾਸਤੇ ਤਾਂ ਕੋਈ ਫਾਈਨੈਂਸ਼ੀਅਲ ਸਾਨੂੰ ਲੋੜ ਨਹੀਂ। ਸਭ ਤੋਂ ਪਹਿਲਾਂ ਟਰਾਂਸਪੇਰੈਂਸੀ ਲਿਆਉਣ ਦੀ ਬੜੀ ਲੋੜ ਆ ਸਕਦਾ। ਲੋਕਾਂ ਨੂੰ ਆਪਣੇ ਹੱਕਾਂ ਦੀ ਗੱਲ ਪਤਾ ਹੋਣੀ ਚਾਹੀਦੀ ਆ, ਔਰ ਉਹਦੇ ਨਾਲ ਨਾਲ ਇੱਕ ਪਾਰਦਰਸ਼ਤਾ, ਜਿਹੜੇ ਅਫਸਰ ਜਿੰਨੇ ਕਮੇਟੀ ਦੇ ਮੁਲਾਜ਼ਮ ਆ ਉਹ ਸਹੀ ਕੰਮ ਕਰਨ, ਉਹ ਸਹੀ, ਭਾਵੇਂ ਸਫਾਈ ਦੀ ਗੱਲ ਹੋਵੇ ਭਾਵੇਂ ਰਿਪੇਅਰ ਦੀ ਗੱਲ ਹੋਵੇ, ਉਹ ਸਹੀ ਕਰਨ। ਇਹ ਚੀਜ਼ਾਂ ਨੂੰ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ, ਇਸ ਢਾਂਚੇ ਨੂੰ ਠੀਕ ਕਰਨ ਨੂੰ ਜ਼ਿਆਦਾ ਸਮਾਂ ਨਹੀਂ ਲੱਗੂ। ਔਰ ਨਾਲ ਨਾਲ ਸਰਕਾਰ ਤੋਂ ਫੰਡ ਮੁਹੱਈਆ ਕਰਾ ਕੇ ਜਿਹੜੇ ਸ਼ਹਿਰ ਦੇ ਸਾਂਝੇ ਕੰਮ ਆ, ਕਿਉਂਕਿ ਮੈਂ ਕੌਂਸਲਰ ਸਾਹਿਬਾਨਾਂ ਨੂੰ ਵੀ ਉਮੀਦ ਕਰੂੰਗਾ ਸਾਰਿਆਂ ਤੋਂ ਇੱਕ ਸਾਥ ਦੀ, ਵੀ ਆਪਾਂ ਸਭ ਤੋਂ ਪਹਿਲਾਂ ਸਾਂਝੇ ਕੰਮ ਸ਼ੁਰੂ ਕਰੀਏ। ਜਦੋਂ ਜਿਵੇਂ ਆਪਾਂ ਅਗਰ ਪਹਿਲੋਂ ਕਈ ਵਾਰ ਕਿਸੇ ਦੀ ਗਲੀ ਦੀ ਸਮੱਸਿਆ ਹੁੰਦੀ, ਕਿਸੇ ਦੇ ਘਰ ਦੇ ਪਾਣੀ ਦੀ, ਇੰਡੀਵਿਜੂਅਲ ਸਮੱਸਿਆਵਾਂ ਨੂੰ ਥੋੜ੍ਹੀ ਦੇਰ ਬੈਕਫੁੱਟ 'ਤੇ ਰੱਖ ਕੇ ਪਹਿਲਾਂ ਸਾਂਝੇ ਕੰਮਾਂ ਦੇ ਵੱਲ ਧਿਆਨ ਦੇ ਕੇ ਉਹਨਾਂ ਦੇ ਪਲਾਨ ਬਣਾ ਕੇ ਐਸਟੀਮੇਟ ਬਣਵਾ ਕੇ ਉਹ ਪਾਸ ਕਰਾਉਣ ਵਾਲੇ ਪਾਸੇ ਨੂੰ ਪਾਈਏ, ਔਰ ਉਹਨਾਂ ਦੇ ਪੈਸੇ ਪਾਸ ਕਰਵਾ ਕੇ ਉਹ ਪੈਸਾ ਲਵਾਉਣਾ ਸ਼ੁਰੂ ਕਰੀਏ। ਮਤਲਬ ਸ਼ੁਰੂਆਤ ਤਾਂ ਕਰੀਏ, ਲੋਕਾਂ ਨੂੰ ਇੱਕ ਵਿਸ਼ਵਾਸ ਤਾਂ ਦਿਵਾਈਏ ਵੀ ਅਸੀਂ ਕੰਮ ਦੇ ਉੱਤੇ ਹੀ ਤੁਹਾਡੇ ਕੋਲ ਦੁਬਾਰਾ ਵੋਟ ਮੰਗਣ ਆਵਾਂਗੇ, ਨਾ ਕਿ ਬਾਕੀ ਮੁੱਦਿਆਂ ਦੇ ਉੱਤੇ। ਸੋ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਤੁਹਾਨੂੰ ਕਹਿੰਦਾ ਟਰਾਂਸਪੇਰੈਂਸੀ ਅਸੀਂ ਸ਼ੁਰੂ ਕਰ ਸਕਦੇ ਹਾਂ, ਕੰਮ ਸ਼ੁਰੂ ਕਰਵਾ ਸਕਦੇ ਹਾਂ, ਔਰ ਫਾਈਨੈਂਸ਼ੀਅਲੀ ਡਿਪੈਂਡ ਕਰੂਗਾ ਵੀ ਅਸੀਂ ਕਿੰਨਾ ਗ੍ਰਾਂਟਾਂ ਲੈ ਕੇ ਆ ਸਕਦੇ ਹਾਂ, ਕਿੰਨੇ ਪ੍ਰੋਜੈਕਟ ਪਾਸ ਕਰਵਾ ਸਕਦੇ ਹਾਂ, ਔਰ ਉਹਨਾਂ ਦੀ ਸ਼ੁਰੂਆਤ ਕਿਵੇਂ ਕਰ ਸਕਦੇ ਹਾਂ ਇਸ ਸਮੇਂ ਦੇ ਵਿੱਚ। ਜਿਵੇਂ ਮੈਂ ਤੁਹਾਨੂੰ ਦੱਸ ਰਿਹਾ, MP ਸਾਹਿਬ ਨਾਲ ਵੀ ਬੜੀ ਵਾਰ ਗੱਲ ਹੋ ਚੁੱਕੀ ਆ, ਮੰਤਰੀ ਸਾਹਿਬ ਨਾਲ ਵੀ ਉਹਨਾਂ ਦੀ ਗੱਲ ਹੋ ਚੁੱਕੀ ਆ। ਪਿਨਕੈਸ਼ੀਆ ਦਾ ਮੁੱਦਾ ਵਾ, ਉਹ ਮੁੱਦਾ ਬੜਾ ਇੰਪੋਰਟੈਂਟ ਆ, ਬੱਸ ਸਟੈਂਡ ਦਾ ਮੁੱਦਾ ਵਾ। ਸੋ ਇਹ ਦੋਵੇਂ ਮੁੱਦਿਆਂ ਦੇ ਉੱਤੇ ਕੋਸ਼ਿਸ਼ ਆ ਵੀ ਸਰਕਾਰ ਦੇ ਵਿੱਚ ਜਿਹੜਾ ਆਹ ਸਰਕਾਰ ਦਾ ਸਮਾਂ ਪਿਆ, ਉਹਦੇ ਵਿੱਚ ਅਸੀਂ ਤੁਹਾਨੂੰ ਇੱਕ ਵਿਸ਼ਵਾਸ ਦਿਵਾ ਸਕੀਏ ਵੀ ਸਰਕਾਰ ਉਹਦੇ ਉੱਤੇ ਕੁਛ ਨਾ ਕੁਛ ਸ਼ੁਰੂ ਕਰਨਾ ਚਾਹ ਰਹੀ ਆ। ਮੇਰੀ ਕੋਸ਼ਿਸ਼ਾਂ ਵਾ ਵੀ ਮੈਂ MLA ਹੁੰਦੇ ਤੇ ਹੋਰ ਜ਼ਿਆਦਾ ਸੌਖਾ ਹੋ ਜਾਂਦਾ ਵਾ, ਲੇਕਿਨ ਥੋੜ੍ਹੀ ਜਿਹੀ ਔਖ ਆਉਂਦੀ ਆ, ਲੇਕਿਨ ਇਸ ਚੀਜ਼ ਨੂੰ ਅਸੀਂ ਛੇਤੀ ਹੱਲ ਕਰਾ ਕੇ ਦੇਵਾਂਗੇ। ਨਹੀਂ, ਜਿਹੜੇ ਕਮੇਟੀ ਦੇ ਮੈਂਬਰ ਹੋਏ ਨਾ, ਜਿਹੜੇ ਬਾਈ ਰੋਪੜ ਸ਼ਹਿਰ ਦੇ ਮਸਲੇ ਤੇ ਰੋਪੜ ਵਾਲਿਆਂ ਨਾਲ ਹੀ ਗੱਲ ਹੋ ਸਕਦੀ ਨਾ। ਸੋ ਉਹ ਰੋਪੜ ਦੇ ਉਹਨਾਂ ਨੂੰ ਜ਼ਰੂਰ ਪੁੱਛਾਂਗੇ ਵੀ ਕੋਈ ਤੁਹਾਡੀ ਚੋਇਸ ਪ੍ਰੈਫਰੈਂਸ ਹੈਗੀ ਆ, ਦੱਸੋ, ਸਾਡਾ ਸਲਾਹ ਵਾ। ਕਈ ਵਾਰ ਕਿਉਂਕਿ ਉਹ ਵੀ ਕਮੇਟੀ ਦੇ ਮੈਂਬਰ ਆ, ਜੇ ਬਾਕੀ ਦੋਵਾਂ ਤੋਂ ਪੁੱਛਿਆ ਜਾ ਸਕਦਾ, ਔਰ ਉਹਨਾਂ ਨਾਲ ਅਸੀਂ ਇਹ ਤਾਂ ਨਹੀਂ ਕਹਿ ਰਹੇ ਵੀ ਮੰਨ ਲਾਂਗੇ, ਲੇਕਿਨ ਸਲਾਹ ਜ਼ਰੂਰ ਲੈ ਲਾਂਗੇ। ਸਲਾਹ ਤਾਂ ਲੈਣੀ ਚਾਹੀਦੀ, ਸਲਾਹ ਤੁਹਾਡੀ ਵੀ ਲਵਾਂਗੇ, ਸਭ ਦੀ ਲਵਾਂਗੇ। ਮੰਨਣੀ ਨਹੀਂ ਮੰਨਣੀ ਸਾਡੀ ਮਰਜ਼ੀ ਆ, ਲੇਕਿਨ ਸਲਾਹ ਸਭ ਦੀ ਲਵਾਂਗੇ। ਸਰਕਾਰ ਦੇ ਕੋਲੇ ਡਿਮਾਂਡ ਰੱਖਣਾ ਚਾਹੁੰਦੇ ਹਾਂ, ਭਾਵੇਂ ਕੋਈ ਵੀ ਹੋਵੇ, ਪ੍ਰਧਾਨ ਦਾ ਨਹੀਂ ਸਾਡਾ ਮੈਂਡੇਟਾ ਨਹੀਂ, ਸਾਡਾ ਕੋਈ ਮੁਸ਼ਕਿਲ ਨਹੀਂ, ਲੇਕਿਨ ਜਿਨ੍ਹਾਂ ਨੇ ਲੋਕਾਂ ਦਾ ਪੈਸਾ ਖਾਧਾ ਵਾ, ਜਿਨ੍ਹਾਂ ਨੇ ਲੋਕਾਂ ਦੇ ਵਿੱਚ ਕੋਈ ਗੜਬੜ ਕੀਤੀ ਆ, ਉਹਦਾ ਫੈਸਲਾ ਕਰਨਾ ਲੋਕਾਂ ਦੀ ਇੱਕ ਡਿਵੈਲਪਮੈਂਟ ਦੇ ਨਾਲ ਨਾਲ, ਵਿਕਾਸ ਦੇ ਨਾਲ ਨਾਲ, ਟਰਾਂਸਪੇਰੈਂਸੀ ਔਰ ਪਾਰਦਰਸ਼ਤਾ ਦੇ ਨਾਲ ਨਾਲ, ਇਹ ਚੀਜ਼ਾਂ ਵੀ ਬਹੁਤ ਜ਼ਰੂਰੀ ਹੁੰਦੀਆਂ। ਔਰ ਅਗਰ ਲੋਕਾਂ ਦੀ ਵਿਲ ਆ ਤੇ ਉਹਦੇ ਵਿੱਚ ਮੈਂ ਫਿਰ ਕਹੂੰਗਾ ਸਾਰੇ ਕੌਂਸਲਰ ਸਾਹਿਬਾਨਾਂ ਦੀ ਜੋ ਰਾਏ ਹੋਊਗੀ ਉਹਦੇ ਨਾਲ ਹੀ ਸਾਰੀਆਂ ਅੱਗੇ ਗੱਲਾਂ ਹੋ ਸਕਦੀਆਂ ਵਾ। ਇੱਕ ਰਾਏ ਬਣਾਉਣ ਦੀ ਗੱਲ ਆ, ਔਰ ਅਗਰ ਰਾਏ ਦੇ ਵਿੱਚ ਇਹ ਗੱਲ, ਲੋਕਾਂ ਦੀ ਰਾਏ ਦੇ ਵਿੱਚ, ਸਾਡੀ ਨਜ਼ਰ ਦੇ ਵਿੱਚ ਸਭ ਨੇ ਸਾਨੂੰ ਕਿਹਾ, ਇਹਦੇ ਤੇ ਜ਼ਰੂਰ ਕਾਰਵਾਈ ਕਰਾਂਗੇ। ਤਾਂ ਫਤਵਾ ਜਿਤਾਏ ਆ ਸਾਰੇ ਕੌਂਸਲਰ, ਮਤਲਬ ਕਾਰਵਾਈ ਕਿੱਥੇ ਤੱਕ ਖੜੀ ਹੈ, ਕਿਉਂ ਅੱਗੇ ਨਹੀਂ ਵਧ ਰਹੀ? ਦੇਖੋ, ਜੋ ਤੁਸੀਂ ਕਿਹਾ ਪ੍ਰਧਾਨ ਜੀ ਬਿਲਕੁਲ ਠੀਕ ਆ, ਲੇਕਿਨ ਤੁਸੀਂ ਇਹ ਵੇਖੋ, ਮੈਂ ਫਿਰ ਤੁਹਾਨੂੰ ਕਹਿਣਾ, ਲੋਕਾਂ ਦੇ ਮੈਂਡੇਟ ਦੀ ਰਿਸਪੈਕਟ ਕਰੀਏ। ਉਹਨਾਂ ਨੇ ਵਿਸ਼ਵਾਸ ਅਗਰ ਜਤਾਇਆ ਵਾ ਤੇ ਉਹਨਾਂ ਨੇ ਤੁਸੀਂ ਵੇਖੋ ਅੱਜ ਕਮੇਟੀਆਂ ਕਈ ਹਾਰੀਆਂ ਵੀ ਆ, ਇਹ ਤਾਂ ਨਹੀਂ ਆ ਵੀ ਸਾਰੇ ਪੰਜਾਬ 'ਚ ਕਲੀਨ ਮਤਲਬ 100 ਦੀ 100% ਕਾਂਗਰਸ ਆਈ ਆ, ਲੇਕਿਨ ਉੱਥੇ ਲੋਕਾਂ ਦੀ ਕਿਤੇ ਨਹੀਂ ਉਮੀਦਾਂ ਤੇ ਖਰੇ ਉਤਰ ਸਕਦੇ ਹੋਵਾਂਗੇ। ਕੀ ਪਤਾ ਅਸੀਂ 2017 'ਚ ਨਹੀਂ ਖਰੇ ਉਤਰੇ, ਅੱਜ ਉਹ ਕਿੱਥੇ ਖੜੇ ਆ। ਸੋ ਅਗਰ ਲੋਕਾਂ ਦਾ ਫਤਵਾ ਆਇਆ ਵਾ, ਉਹ ਜਿਹੜੇ ਮੁੱਦਿਆਂ ਦੇ ਉੱਤੇ ਆਇਆ, ਅਸੀਂ ਉਹਨਾਂ ਮੁੱਦਿਆਂ ਦੇ ਉੱਤੇ ਹੀ ਪਹਿਰਾ ਦੇਣਾ ਚਾਹੁੰਦੇ ਹਾਂ, ਔਰ ਅਸੀਂ ਉਹ ਮੁੱਦਿਆਂ ਨੂੰ ਹੀ ਪ੍ਰਮੁੱਖ ਰੱਖ ਕੇ ਅਸੀਂ ਕੰਮ ਕਰਾਂਗੇ ਆਉਣ ਵਾਲੇ ਸਮੇਂ 'ਚ। ਉਹ 'ਚ ਭਾਵੇਂ ਕੋਈ ਕਿਸੇ ਦੇ ਖਿਲਾਫ ਕਾਰਵਾਈ ਦੀ ਗੱਲ ਹੋਵੇ ਜਾਂ ਡਿਵੈਲਪਮੈਂਟ ਦੀ ਗੱਲ ਹੋਵੇ ਜਾਂ ਕੋਈ ਵੀ ਗੱਲ ਹੋਵੇ, ਉਹ ਸਮੇਂ ਦੇ ਸਿਰ ਦੇ ਵਿੱਚ ਉਸ ਢਿੱਲੋਂ ਸਾਹਿਬ ਆਏ ਦੱਸੋ ਕਮੇਟੀ ਨੂੰ ਆਪਾਂ। ਦੇਖੋ, ਮੇਰੇ ਕੋਲ ਪਲੈਨਿੰਗ ਤਾਂ ਬਹੁਤ ਹੋ ਸਕਦੀ ਆ, ਲੇਕਿਨ ਉਹ ਪਲੈਨਿੰਗ ਦੀ ਇੰਪਲੀਮੈਂਟੇਸ਼ਨ ਕੀ ਆ, ਇਹ ਸਟੱਡੀ ਵੀ ਕਰਨ ਵਾਲੀਆਂ ਗੱਲਾਂ। ਔਰ ਅਕਸਰ ਆਪਾਂ ਵੇਖੀਦਾ ਲੋਕਾਂ ਨੂੰ, ਕੌਂਸਲਰਾਂ ਨੂੰ ਸਟੱਡੀ ਟੂਰ ਤੇ ਭੇਜੀ ਜਾਂਦਾ ਸੀ, ਉਹ ਸੈਰ ਸਪਾਟੇ ਟੂਰ ਹੋ ਸਕਦੇ ਸੀ, ਲੇਕਿਨ ਅਗਰ ਕਿਤੇ ਜਾਣਾ ਪਿਆ ਤਾਂ ਮੇਰੇ ਹਿਸਾਬ ਨਾਲ ਕੌਂਸਲਰਾਂ ਨੂੰ ਭੇਜਣਾ ਵੀ ਚਾਹੀਦਾ, ਸਿਆਣਿਆਂ ਨੂੰ ਕਿਤੇ ਜਾ ਕੇ ਸਮਝਣ ਕਿਵੇਂ ਕਮੇਟੀਆਂ ਦੇ ਉਹ ਚੀਜ਼ ਹੁੰਦੇ ਆ। ਕਈ ਵਾਰ ਸਰਕਾਰੀ ਖਰਚੇ ਤੇ ਨਹੀਂ ਹੁੰਦਾ, ਤੇ ਜਿਹੜੇ ਸਾਡੇ ਚੋਂ ਤਗੜੇ ਕੌਂਸਲਰ ਹੋ ਗਏ ਉਹਨਾਂ ਦੇ ਖਰਚੇ ਦੇ ਨਾਲੇ ਸਾਨੂੰ ਵੀ ਲੈ ਜਾਣਗੇ, ਔਰ ਆਪਾਂ ਵੀ ਤੁਹਾਨੂੰ ਵੀ ਲੈ ਚੱਲਾਂਗੇ, ਔਰ ਜਾ ਕੇ ਉਹ ਚੀਜ਼ਾਂ ਨੂੰ ਸਟੱਡੀ ਕਰਨ ਦੀ ਗੱਲ ਹੁੰਦੀ ਆ। ਇਹ ਠੀਕ ਹੈ ਕਹਿੰਦੇ, ਸੋ ਇਸ ਕਰਕੇ ਇਹ ਚੀਜ਼ਾਂ ਨੂੰ ਸਟੱਡੀ ਕਿਵੇਂ ਕਰਨਾ, ਉਹਨਾਂ ਨੂੰ ਕਿਵੇਂ ਇੰਪਲੀਮੈਂਟ ਕਰਨਾ, ਇਹ ਚੈਲੰਜਸ ਆ। ਔਰ ਮੇਰੇ ਹਿਸਾਬ ਨਾਲ ਇਹ ਹਰ ਕਮੇਟੀ ਦੇ ਵਿੱਚ ਹੋਣਾ ਚਾਹੀਦਾ। ਲੋਕਲ ਗਵਰਨਮੈਂਟ ਦੀ ਜੋ ਇੰਪੋਰਟੈਂਸ ਆ ਉਹਨੂੰ ਅਸੀਂ ਨਿਗਲੈਕਟ ਨਹੀਂ ਕਰ ਸਕਦੇ। ਅਲਟੀਮੇਟਲੀ ਇਹ ਫਸਟ ਸਟੈਪ ਆ ਗਵਰਨੈਂਸ ਦਾ,
ਔਰ ਇਸ ਚੀਜ਼ ਨੂੰ ਜਦ ਤੱਕ ਢਾਂਚੇ ਨੂੰ ਮਜ਼ਬੂਤ ਨਹੀਂ ਕਰਾਂਗੇ ਉੱਪਰ ਤੱਕ ਢਾਂਚੇ ਮਜ਼ਬੂਤ ਨਹੀਂ ਹੋਣਗੇ। ਹੋਰ ਕੋਈ ਗੱਲ ਢਿੱਲੋਂ ਸਾਹਿਬ, ਤੁਸੀਂ ਚੋਣ ਪ੍ਰਚਾਰ ਦੇ ਦੌਰਾਨ ਬੜੀ ਵੱਡੀ ਗੱਲ ਤੁਸੀਂ ਕਰਦੇ ਰਹੇ ਹੋ ਵੀ ਮੁੱਦਿਆਂ ਦੀ ਰਾਜਨੀਤੀ ਕਰੀਏ, ਮੁੱਦਿਆਂ ਦੇ ਉੱਤੇ ਗੱਲ ਕਰੀਏ, ਤਾਂ ਮੁੱਦਾ ਸਭ ਤੋਂ ਵੱਡਾ ਸ਼ਹਿਰ ਦਾ ਬੁਨਿਆਦੀ ਸਹੂਲਤਾਂ ਦਾ, ਜਿਹੜੀ ਕਮੇਟੀ ਦੀ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਉਹ ਬੁਨਿਆਦੀ ਸਹੂਲਤਾਂ ਲਈ ਤੁਸੀਂ ਕੀ ਕਰੋਗੇ? ਕਿੰਨਾ ਟਾਈਮ ਬੁਨਿਆਦੀ ਸਹੂਲਤਾਂ ਨੂੰ ਸੈੱਟ ਕਰਨ ਦੇ ਵਿੱਚ ਲੱਗੂਗਾ? ਉਹਦੇ ਲਈ ਕੀ ਐਫਰਟ ਹੈ ਜਿਹੜੇ ਤੁਸੀਂ ਕਰੋਗੇ? ਹੁਣ ਤੁਹਾਡੇ ਕੋਲ ਟਾਈਮ ਥੋੜਾ। ਬਿਲਕੁਲ, ਦੇਖੋ ਗੱਲ ਸਹੀ, ਬਿਲਕੁਲ ਵੱਜੂਗੀ। ਜਦੋਂ ਇਹਨਾਂ ਦੇ ਹੁਕਮ ਆ ਗਏ ਫਿਰ ਵੱਜ ਗਈ ਲਾਈਨ, ਅੱਜ ਹੀ ਮਤਾ ਪਾਤਾ, ਇਹਦੇ ਅੰਦਰ ਕੀ ਗੱਲ ਹੈ? ਇਹ ਤਾਂ ਮੈਂ ਥੋੜਾ ਜਿਹਾ ਇੰਟਰਪਟ ਕਰ ਰਿਹਾ। ਅਸੀਂ ਪੈਸੇ 'ਚ ਤੁਹਾਨੂੰ ਵਧੀਆ ਕੰਮ ਕਰਕੇ ਦੇਵਾਂਗੇ। 5 ਸਾਲ ਕੰਮ ਕੀਤਾ, ਕੋਈ ਦਾਗ ਨਹੀਂ ਲਵਾਇਆ ਔਰ ਅੱਗੋਂ ਵੀ ਨਹੀਂ ਲੱਗੇਗਾ। ਚਿੰਤਾ ਮਤ ਕਰੋ, ਕਰਾਂਗੇ। ਪੀਣ ਦੇ ਪਾਣੀ ਦੀ ਗੱਲ ਕਰਦਾ, ਦੇਖੋ ਇਹ ਮੈਂ ਵੇਖਿਆ ਬੜੇ ਧਰਨੇ ਲੱਗੇ, ਪ੍ਰੋਟੈਸਟ ਹੋਏ, ਔਰ ਅੱਜ ਵੀ ਆਉਣ ਵਾਲੀ ਗਰਮੀਆਂ ਦੇ ਵਿੱਚ ਫਿਰ ਇਹ ਰਾਮ ਰੌਲਾ ਪੈਣਾ। ਅਸੀਂ ਇਹ ਕਹਿੰਦੇ ਸਾਡੇ ਕੋਲ ਰਾਤੋਂ ਰਾਤ ਉਹਦਾ ਕੋਈ ਸੋਲੂਸ਼ਨ ਨਹੀਂ, ਲੇਕਿਨ ਉਹਦੀ ਇੰਪਲੀਮੈਂਟੇਸ਼ਨ ਔਰ ਪਲੈਨਿੰਗ ਜਿਹੜੀ ਆ ਉਹਦੇ ਵਿੱਚ ਕਮੀਆਂ ਰਹੀਆਂ, ਜਿਹਦੇ ਕਰਕੇ ਲੋਕਾਂ ਨੂੰ ਸਿਰਫ ਇੱਕ ਦਿਨ ਦੀ ਸਹੂਲਤ ਅਸੀਂ ਸ਼ਾਂਤ ਕਰਾ ਦਈਦਾ ਵੀ ਨਹੀਂ 2 ਦਿਨ ਸ਼ਾਂਤ ਰਹਿ ਲਓ, ਆਹ 3 ਮਹੀਨੇ ਕੱਢ ਲਓ। ਸਮਾਂ ਜ਼ਰੂਰ ਲੱਗ ਸਕਦਾ, ਲੇਕਿਨ ਉਹਦਾ ਹੱਲ ਕੱਢਣਾ ਬਹੁਤ ਜ਼ਰੂਰੀ ਆ। ਸੋ ਮੈਂ ਇਹ ਕਹਿ ਰਿਹਾ ਵੀ ਇਹ ਜਿਹੜੇ ਸਵਾਲ ਆ ਤੁਹਾਡੇ, ਸਾਰੀਆਂ ਚੀਜ਼ਾਂ ਦਾ ਇੱਕ ਜਵਾਬ ਆ ਵੀ ਕਮੇਟੀ ਦਾ ਫੈਸਲਾ, ਕਮੇਟੀ ਦੇ ਤੌਰ ਤਰੀਕਿਆਂ ਦਾ ਫੈਸਲਾ। ਸਾਡਾ ਕੰਮ ਇੰਨਾ ਕੁ ਰਹਿ ਜਾਂਦਾ ਵੀ ਅਸੀਂ ਸਰਕਾਰ ਦੇ ਬਤੌਰ ਇੱਥੋਂ ਇਲੈਕਸ਼ਨ ਲੜੀ, ਉਸ ਦੇ ਨਜ਼ਰੀਏ ਦੇ ਨਾਲ ਹੀ ਮੈਂ ਤੁਹਾਨੂੰ ਸਿਰਫ ਕਹਿ ਰਿਹਾ ਵੀ ਸਰਕਾਰ ਔਰ ਕਮੇਟੀ ਦੇ ਵਿੱਚ ਇੱਕ ਵਧੀਆ ਤਾਲਮੇਲ ਬਣਾ ਕੇ, ਜੋ ਇਹਨਾਂ ਦੇ ਮਤੇ ਪਾਸ ਹੁੰਦੇ ਆ, ਜੋ ਇਹਨਾਂ ਦੀ ਗੱਲਾਂ ਪਾਸ ਹੁੰਦੀਆਂ, ਉਹਨਾਂ ਨੂੰ ਸਰਕਾਰ ਤੋਂ ਜ਼ੋਰ ਲਵਾ ਕੇ ਫੰਡ ਮੁਹੱਈਆ ਕਰਾਇਆ ਜਾਵੇ, ਪਲੈਨਿੰਗ ਕਰਾਈ ਜਾਵੇ, ਔਰ ਲੋਕਾਂ ਦੀ ਜੋ ਬੇਸਿਕ ਸਹੂਲਤਾਂ ਵਾ ਜਿਹਦੇ ਕਰਕੇ ਆਪਣੇ ਸਾਰੇ ਇਹ ਮਾਹੌਲ ਬਣਦਾ ਵਾ, ਉਹਨਾਂ ਲੋਕਾਂ ਦੀ ਕੀਤਾ। ਜੋ ਤੁਸੀਂ ਕਹਿ ਰਹੇ ਹੋ ਉਹ ਕਿਵੇਂ ਹੋਣਾ, ਕੀ ਕਰਨਾ, ਉਹ ਆਉਣ ਵਾਲੇ ਸਮੇਂ 'ਚ ਤੁਹਾਨੂੰ ਵੀ ਪਤਾ ਚੱਲ ਜੂਗਾ। ਲੇਕਿਨ ਅਗਰ ਸਾਡੀ ਪਲੈਨਿੰਗ ਇਹਦੇ ਵਾਸਤੇ ਦਰੁਸਤ ਆ, ਭਾਵੇਂ ਉਹ ਪਾਈਪਾਂ ਦੀ ਮਸਲਾ ਵਾ, ਉਹ ਛੋਟਾ ਪਿੱਛੋਂ 4 ਇੰਚੀ ਪਾਈਪ ਆ ਕੇ ਉਹਨੂੰ 20 ਇੰਚੀ ਕਰਨਾ ਕਿ ਕੀ ਕਰਨਾ, ਉਹ ਮਸਲਿਆਂ ਦੇ ਉੱਤੇ ਟੈਕਨੀਕਲੀ ਜੋ ਪਲਾਨ ਬਣਨਗੇ ਜਾਂ ਜੋ ਚੀਜ਼ਾਂ ਹੋਣਗੀਆਂ ਉਹਨਾਂ ਨੂੰ ਦਰੁਸਤ ਕਰਾ ਕੇ ਅਸੀਂ ਸਿਰੇ ਚੜਾਵਾਂਗੇ। ਦੇਖੋ ਇੱਥੇ ਜਾਂਦੇ ਆ, ਹੁਣ ਵੀ ਤੁਸੀਂ ਸ਼ੁਰੂ ਕਰਾਏ ਆ ਬੋਰ ਬਣਵਾਣੇ, ਟਿਊਬਵੈਲ ਲਾਣੇ, ਬਿਲਕੁਲ ਠੀਕ ਹੈ। ਟਿਊਬਵੈਲ ਦੀ ਲੋੜ ਫਿਰ ਕਿਉਂ ਪਈ ਹੈ? ਜਿਹੜੀ ਐਡੀ ਵੱਡੀ ਟੈਂਕੀ ਬਣੀ ਆ ਤਾਂ ਉਹਦੀ ਸਪਲਾਈ ਦੇਖੋ, ਸਾਰੇ ਸ਼ਹਿਰ ਕਿਉਂ ਨਹੀਂ ਆ ਸਕਦੀ? ਤੁਸੀਂ ਸਾਰੇ ਮੇਰੇ ਤੋਂ ਵੀ, ਮੈਂ ਤਾਂ ਚਲੋ ਜੰਮਿਆ ਜ਼ਰੂਰ ਇੱਥੋਂ ਦਾ ਸੀਗਾ, ਲੇਕਿਨ ਮੈਂ ਪੜ੍ਹਿਆ ਲਿਖਿਆ ਜਾ ਕੇ ਜ਼ਿਆਦਾ ਚੰਡੀਗੜ੍ਹ ਆ, ਔਰ ਉੱਥੋਂ ਦੀ ਅਗਰ ਮੈਂ ਲੋਕਲ ਗਵਰਨਮੈਂਟ ਵੇਖਦਾ ਵਾਂ, ਉਹ ਜਦੋਂ ਸ਼ੁਰੂ ਬੁਨਿਆਦ ਬਣਦੀ ਆ ਨਾ, ਬੁਨਿਆਦ ਬਹੁਤ ਤਕੜੀ ਬਣਾਉਂਦੇ ਆ। ਆਪਾਂ ਕੀ ਕਰਦੇ ਆ, ਆਪਾਂ ਬੁਨਿਆਦ ਦੇ ਉੱਪਰ ਨਵੀਆਂ 4-5 ਚੀਜ਼ਾਂ ਹੋਰ ਐਡ ਕਰਕੇ ਬੁਨਿਆਦ ਨੂੰ ਕਿਤੇ ਨਾ ਕਿਤੇ, ਇਹ ਸ਼ਹਿਰ ਦਾ ਇੱਕ ਵੱਖਰਾ ਕਲਚਰ ਆ, ਇੱਕ ਵੱਖਰੀ ਇਹਦੀ ਵਿਉਂਤਬੰਦੀ ਆ। ਅੰਦਰਲਾ ਸ਼ਹਿਰ, ਬਾਹਰਲਾ ਸ਼ਹਿਰ, ਜਿਹੜੀ ਬਾਹਰਲੀਆਂ ਕਾਲੋਨੀਆਂ ਵਾ ਖੁੱਲੀਆਂ ਬਣ ਗਈਆਂ, ਸ਼ਹਿਰ ਅੰਦਰਲਾ ਇਹ ਆ। ਸੋ ਇਹ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ, ਔਰ ਜਦੋਂ ਤੁਸੀਂ ਅਗਰ ਰੱਬ ਸੁੱਖ ਰੱਖੇ ਤਾਕਤ ਹੋਰ ਬਖਸ਼ੋਗੇ ਔਰ ਹੋਰ ਤਾਕਤ ਦੇ ਨਾਲ ਹੋਰ ਵਧੀਆ ਤਰੀਕੇ ਨਾਲ ਕੰਮ ਕਰਾ ਸਕਾਂਗੇ। ਅੱਜ ਤੁਸੀਂ ਲੋਕਾਂ ਵੱਲੋਂ ਇੱਕ ਕਮੇਟੀ, ਇੱਕ ਸਕਿੰਟ ਤੋਂ ਪਾਣੀ ਸਾਡੇ ਕੋਲ ਬਹੁਤ ਹੈਗਾ ਔਰ 56 ਕਰੋੜ ਦੀਆਂ ਪਾਈਪਾਂ ਵੀ ਪਵਾਤੀਆਂ ਉਹਨਾਂ ਨੇ, ਤੇ ਪਾਣੀ ਫਿਰ ਪਹੁੰਚਿਆ ਕਿਉਂ ਨਹੀਂ? ਮੈਂ ਉਹੀ ਕਹਿੰਦਾ ਨਹੀਂ ਉਹਦਾ ਫਿਰ ਮੈਂ ਜੋ ਨਹੀਂ ਹੋਇਆ ਪਹਿਲਾਂ ਨਾ, ਲਿਸਨ ਪਲੀਜ਼। ਆਪਣੇ ਕੋਲ ਕੀ ਹੈ? ਨਹੀਂ ਅਸੀਂ ਆਪਣਾ ਤੁਹਾਨੂੰ ਦੱਸਾਂਗੇ ਨਾ ਬਾਅਦ 'ਚ। ਪਹਿਲਾਂ ਤਾਂ ਉਹ ਦੱਸਣ ਵੀ ਇਹ ਪਾਈਪਾਂ ਹੈਗੀਆਂ ਥੱਲੇ, ਜੇ ਹੈਗੀਆਂ ਨੇ ਤਾਂ ਪਾਣੀ ਕਿਉਂ ਨਹੀਂ? ਤੁਸੀਂ ਕਿਹਾ ਪਾਣੀ ਫालतू ਹੈਗਾ, ਮੇਰਾ ਇਹ ਸੋਚਣਾ ਨਹੀਂ ਹੈ। 56 ਕਰੋੜ ਰੁਪਈਆ ਉਹਨਾਂ ਨੇ ਜ਼ਮੀਨ 'ਚ ਗਰਕ ਕਰਤਾ ਚੀਮਾ ਸਾਹਿਬ ਨੇ। ਅਗਰ ਉਹ 'ਚ 16 ਕਰੋੜ ਵਾਸਤੇ ਅਲੱਗ ਤੋਂ ਇੱਕ ਕਨੈਕਸ਼ਨ ਲਿੱਤਾ ਹੁੰਦਾ, ਉਸ ਟੈਂਕੀ ਨੂੰ ਲਾਇਆ ਹੁੰਦਾ, ਤਾਂ ਪਾਣੀ ਸਭ ਘਰ 'ਚ ਹੁੰਦਾ। ਪਾਣੀ ਦੀ ਕਿੱਲਤ ਹੈ, ਸਰਪਲਸ ਪਾਣੀ ਨਹੀਂ ਹੈ, ਲੇਕਿਨ ਦੂਸਰਾ ਸੋਰਸ ਬਣਾਇਆ ਨਹੀਂ, ਇਹ ਨਲਾਇਕੀ ਹੋ ਗਈ। ਆਪਾਂ ਕੋਸ਼ਿਸ਼ ਕਰਾਂਗੇ, ਢਿੱਲੋਂ ਨੇ ਇਹੀ ਗੱਲ ਕਹੀ ਹੈ, ਇਹੀ ਜਦੋਂ ਉਹ ਸੋਰਸ ਕੰਪਲੀਟ ਹੋਏਗਾ ਫਿਰ ਪਾਣੀ ਪਹੁੰਚ ਪਾਏਗਾ। ਹਾਲੇ ਸਾਡੇ ਕੋਲ ਇੰਨਾ ਪਾਣੀ ਨਹੀਂ ਹੈ ਕਿ ਸਭ ਨੂੰ ਪਹੁੰਚ ਸਕਦਾ। ਤੁਹਾਡੇ ਜਵਾਬ ਦਾ ਇਹ ਹੈ। ਉਹਦਾ ਕਿਤੇ ਨਾ ਕਿਤੇ ਇਹ ਦੇਖਣ ਨੂੰ ਮਿਲਿਆ ਜਿਹੜਾ ਬੀਜੇਪੀ ਤੇ ਅਕਾਲੀ ਦਲ ਬਹੁਤ ਜ਼ਿਆਦਾ ਬੈਕਵਰਡ ਤੇ ਚਲੇ। ਬੜਾ ਵਧੀਆ ਸਵਾਲ ਤੁਹਾਡਾ। ਦੇਖੋ ਇਹ ਮੁੱਦਾ ਕਿਤੇ ਨਾ ਕਿਤੇ ਸਾਰੇ ਕਹਿੰਦੇ ਸੀ ਪਿੰਡਾਂ ਦਾ ਮੁੱਦਾ ਵਾ, ਇਹ ਇੱਕ ਕੀਤੇ ਦਾ ਮੁੱਦਾ ਵਾ, ਇੱਕ ਉਹ ਮਸਲਾ। ਲੇਕਿਨ ਜਿਸ ਤਰੀਕੇ ਨਾਲ ਸ਼ਹਿਰਾਂ ਨੇ 90% 80 ਤੋਂ 90% ਸੀਟਾਂ ਕਾਂਗਰਸ ਨੂੰ ਦਿੱਤੀਆਂ, ਉਹਨਾਂ ਨੇ ਇਹ ਮੋਦੀ ਨੂੰ ਵੀ ਮੈਸੇਜ ਦਿੱਤਾ, ਕਿਉਂਕਿ ਬੀਜੇਪੀ ਜਿਹੜੀ ਸੀ ਉਹ ਸੋਚਦੀ ਸੀ ਜੀ ਸ਼ਹਿਰਾਂ ਦੀ ਪਾਰਟੀ ਆ, ਸ਼ਹਿਰਾਂ ਦੇ ਵਿੱਚੋਂ ਕਿਤੇ 2 ਵੋਟਾਂ ਪਈਆਂ, ਸ਼ਾਇਦ ਆਪਣੇ ਵੀ ਇੱਥੇ ਕਿਤੇ 2 ਵੋਟਾਂ ਪਾ ਗਿਆ ਕੋਈ ਬੀਜੇਪੀ ਦੇ ਕੈਂਡੀਡੇਟ ਨੂੰ। ਇਹ ਹੈਰਾਨਗੀ ਵਾਲੀ ਗੱਲ ਆ, ਬੀਜੇਪੀ ਨੂੰ ਕੈਂਡੀਡੇਟ ਨਾ ਮਿਲਣ, ਬੀਜੇਪੀ ਸ਼ਹਿਰਾਂ ਦੇ ਵਿੱਚ ਕਿਤੇ ਪ੍ਰੈਜ਼ੈਂਸ ਨਾਲ ਰਜਿਸਟਰ ਕਰ ਸਕੇ। ਅਸ਼ਵਨੀ ਸ਼ਰਮਾ ਜੀ ਪਠਾਨਕੋਟ ਤੋਂ ਹਾਰਦੇ ਆ ਬੁਰੀ ਤਰ੍ਹਾਂ, ਆਪਣਾ ਕੀ ਕਹਿੰਦੇ ਉਂ ਹੀ ਉਹਨਾਂ ਦੇ ਤਿਕਸ਼ਨ ਸੂਦ ਜੀ ਦੇ ਘਰ ਵਾਲੀ ਹਾਰਦੇ ਆ। ਮੈਂ ਇਸ ਕਰਕੇ ਕਹਿ ਰਿਹਾ ਇਹਨਾਂ ਦੇ ਗੜ੍ਹ ਸੀਗੇ ਹੁਸ਼ਿਆਰਪੁਰ ਤੋਂ MP ਦੇ ਵਿੱਚ ਤਕੜੇ ਤਰੀਕੇ ਨਾਲ ਜਿੱਤੇ, ਕੈਂਡੀਡੇਟ ਨਾ ਮਿਲਣੇ। ਇਹ ਪੰਜਾਬ ਵਾਲਿਆਂ ਨੇ ਇਹ ਮੈਸੇਜ ਦਿੱਤਾ ਵੀ ਅਸੀਂ ਇਕੱਠੇ ਹਾਂ, ਸਾਨੂੰ ਵੱਖਵਾਦ ਔਰ ਸਾਨੂੰ ਇਹ ਵੱਖਰਾ ਕਰਕੇ ਨਾ ਵੇਖਿਆ ਜਾਵੇ, ਸਾਨੂੰ ਖਾਲਿਸਤਾਨੀ ਆਤੰਕਵਾਦੀ ਦੇ ਰੂਪ ਵਿੱਚ ਨਾ ਤੋਰਿਆ ਜਾਵੇ। ਪੰਜਾਬ ਦੇ ਸ਼ਹਿਰ ਵਾਲਿਆਂ ਨੇ ਇਸ ਕਿਸਾਨੀ ਅੰਦੋਲਨ ਦਾ ਸਮਰਥਨ ਕਰਦੇ ਹੋਏ ਇਹ ਵਿਸ਼ਵਾਸ ਦਿਵਾਇਆ, ਅਗਰ ਅਸੀਂ ਸੇਫ ਹਾਂ ਔਰ ਅਗਰ ਅਸੀਂ ਸਿਕਿਉਰ ਹਾਂ ਔਰ ਪੰਜਾਬ ਉਹ ਕਾਂਗਰਸ ਦੇ ਅੰਡਰ ਆ, ਨਾ ਉਹਨਾਂ ਨੇ ਬੀਜੇਪੀ ਨੂੰ ਪਾਈਆਂ, ਨਾ ਉਹਨਾਂ ਨੇ ਅਕਾਲੀ ਦਲ ਨੂੰ ਪਾਈਆਂ,
ਆਮ ਆਦਮੀ ਜਿਹੜੀ ਸਭ ਤੋਂ ਵੱਧ ਡਰਾਮਾ ਪਖੰਡ ਕਰ ਰਹੀ ਆ, ਕਦੀ ਉੱਥੇ ਬਾਰਡਰ ਤੇ ਪਹੁੰਚ ਜਾਂਦੇ ਮੁੱਖ ਮੰਤਰੀ 10 ਕਿਸਾਨਾਂ ਨੂੰ ਮਿਲ ਕੇ ਕਹਿੰਦੇ ਮੈਂ ਕਿਸਾਨਾਂ ਨੂੰ ਮਿਲ ਆਇਆ। ਕਈ ਵਾਰ ਆਪਣਾ ਉਹਨਾਂ ਦੇ ਕੇਜਰੀਵਾਲ ਸਾਹਿਬ ਉੱਥੇ ਕਹਿੰਦੇ ਅਸੀਂ ਵਾਈਫਾਈ ਲਾਤਾ, ਕੀ ਲਾਤਾ, ਔਰ ਉੱਥੇ ਪੂਰੀ ਉਹਨਾਂ ਨੇ ਕੋਸ਼ਿਸ਼ ਕੀਤੀ ਵੜਨ ਦੀ ਬਾਏ ਹੁੱਕ ਔਰ ਬਾਏ ਕਰੁੱਕ। ਲੇਕਿਨ ਲੋਕਾਂ ਨੇ ਇਹ ਦੱਸਤਾ ਵੀ ਲੋਕੀ ਇਕੱਲੇ ਫੇਸਬੁੱਕ ਔਰ ਟਵਿੱਟਰ ਦੀ ਰਾਜਨੀਤੀ ਦੇ ਉੱਤੇ ਨਹੀਂ ਪ੍ਰਭਾਵਿਤ ਹੋ ਕੇ ਸਰਕਾਰਾਂ ਬਣਾ ਸਕਦੇ। ਉਹ ਲੋਕ ਸਮਝਦਾਰ ਆ, ਵੋਟਰ ਸਮਝਦਾਰ ਆ, ਔਰ ਉਸ ਹਿਸਾਬ ਨਾਲ ਹੀ ਸਰਕਾਰਾਂ ਬਣਨਗੀਆਂ ਜਿਹੜੇ ਲੋਕ ਕੰਮ ਕਰਨਗੇ ਔਰ ਇਹ ਕਰਨਗੇ। ਇਸ ਤੋਂ ਇਲਾਵਾ ਰੋਪੜ ਸ਼ਹਿਰ ਕੈਂਡੀਡੇਟ ਨਹੀਂ ਮਿਲੇ। ਨਹੀਂ, ਬੀਜੇਪੀ ਦੀ ਵਾਧਾ ਕਿ ਆਪ ਦੀ ਵਾਧਾ? ਬੀਜੇਪੀ ਦੀ। ਮੈਂ ਇਹੀ ਕਹਿ ਰਿਹਾ, ਅਗਰ ਇਸ ਇਲੈਕਸ਼ਨਾਂ ਦੇ ਵਿੱਚ ਸਭ ਤੋਂ ਵੱਧ, ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ, ਇੰਡੀਪੈਂਡੈਂਟ ਵੀ ਇਹਨਾਂ ਦੋਵਾਂ ਤੋਂ ਜ਼ਿਆਦਾ ਵਾ। ਜਿਹੜੀ ਇੰਡੀਪੈਂਡੈਂਟਾਂ ਦੀ ਗਿਣਤੀ ਆ ਮੈਂ ਤੁਹਾਨੂੰ ਦੱਸ ਦਿੰਦਾ, ਅਗਰ ਇੱਕ ਮੇਰਾ ਫੋਨ ਦੇ ਹੀ ਦੂਜੇ ਵਾਲਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਪੰਜਾਬ 1400 ਦੇ ਆਸ-ਪਾਸ ਕਾਂਗਰਸੀ ਉਮੀਦਵਾਰ ਜਿੱਤੇ ਆ। ਦੂਜੇ ਨੰਬਰ ਤੇ ਅਕਾਲੀ ਦਲ ਕਿਤੇ ਮਾੜੀ ਮੋਟੀ 200-250 ਦੇ ਆਸ-ਪਾਸ ਆ। ਅਕਾਲੀ ਦਲ ਤੋਂ 10-15 ਘੱਟ ਹੀ ਇੰਡੀਪੈਂਡੈਂਟ ਆ। ਉਹ ਤੋਂ ਮਗਰ ਬੀਜੇਪੀ ਔਰ ਉਹ ਤੋਂ ਮਗਰ ਆਪ ਆ, ਜਾਂ ਆਪ ਅੱਗੇ ਬੀਜੇਪੀ, ਮਤਲਬ ਇਹਨਾਂ 'ਚ ਵੀ 10 ਮਤਲਬ ਆਜ਼ਾਦ ਉਮੀਦਵਾਰਾਂ ਤੋਂ ਵੀ ਮਗਰ ਇਹ ਚਲੇ ਗਏ ਜਿਹੜੇ ਕਹਿੰਦੇ ਸੀ ਵੀ ਅਸੀਂ ਪਤਾ ਨਹੀਂ ਕੀ ਕਰ ਦੇਣਾ। ਔਰ ਕੱਲ ਹੈਰਾਨੀ ਜੋ ਇਹਨਾਂ ਦਾ ਚੀਮਾ ਸਾਹਿਬ ਦਾ ਬਿਆਨ ਆ ਰਿਹਾ ਵੀ ਸਾਨੂੰ ਬਹੁਤ ਤਕੜੀ ਮਤਲਬ ਐਂਟਰੀ ਮਿਲ ਗਈ ਸ਼ਹਿਰਾਂ 'ਚ, 2% ਵੋਟ ਜਿੱਤੇ ਹੋਣ ਔਰ ਉਸ ਸ਼ਹਿਰ, ਮਤਲਬ ਇਹ ਤਾਂ ਉਹੀ ਗੱਲ ਹੋ ਗਈ ਵੀ ਇਹਨਾਂ ਦਾ ਜਿਹੜਾ ਇੱਕ ਲਿਫਾਫਾ ਸੀ। ਔਰ ਇਹ ਵੱਡੀ ਗੱਲ ਇਹ ਉਮੜ ਕੇ ਆ ਰਹੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਲੜਾਈ ਆ ਉਹ ਕਿਹੜੀ ਪਾਰਟੀ ਦੇਊਗੀ ਕਾਂਗਰਸ ਪਾਰਟੀ ਨੂੰ। ਸਾਰੇ ਕਹਿੰਦੇ ਸੈਮੀਫਾਈਨਲ ਹੈ ਨਾ, ਸੈਮੀਫਾਈਨਲ ਜਿਹੜੀਆਂ ਟੀਮਾਂ ਹਾਰ ਜਾਂਦੀਆਂ ਉਹ ਫਿਰ ਦੁਬਾਰਾ ਫਾਈਨਲ 'ਚ ਨਹੀਂ ਆਉਂਦੀਆਂ। ਸੋ ਫਾਈਨਲ 'ਚ ਕਿਹੜੀ ਸ਼ਾਇਦ ਕੋਈ ਨਵੀਂ ਪਾਰਟੀ ਨਾ ਆ ਜਾਏ ਜਾਂ ਕੋਈ ਕਿਤੋਂ ਨਾ ਉੱਠ ਖੜੇ, ਇਹ ਵੱਡੀ ਮਸਲਾ ਰਹੂਗਾ। ਸੈਮੀਫਾਈਨਲ 'ਚ ਹਾਰੀਆਂ ਹੋਈਆਂ ਟੀਮਾਂ ਫਾਈਨਲ 'ਚ ਆਉਂਦੀਆਂ ਕਿ ਨਹੀਂ ਆਉਂਦੀਆਂ, ਇਹ ਵੀ ਵੇਖਣਾ ਪਊਗਾ। ਦੇਖੋ, ਅਗਰ ਤੁਸੀਂ ਕਹੋ ਅਕਾਲੀ ਦਲ ਅੱਜ ਵੀ 26-27% ਤਾਂ ਚਟਾਲਿਆਂ ਨੂੰ ਵੀ ਇੰਨੇ ਸਾਲ ਹੋ ਗਏ 26-27% ਤਾਂ ਪੈਂਦੀ ਰਹਿੰਦੀ, ਲੇਕਿਨ ਸਰਕਾਰ ਬਣਾਉਣ ਦੀ ਸ਼ਮਤਾ ਨਹੀਂ ਰੱਖਦੇ। ਸੋ ਉਹੀ ਰਹੂਗੀ। ਔਰ ਮੇਰੀ ਇੱਕ ਚੀਮਾ ਸਾਹਿਬ ਨੂੰ ਵੀ ਅਪੀਲ ਰਹੂਗੀ, ਇਹ ਵੀ ਗੱਲਾਂ ਸੁਣਨ 'ਚ ਆ ਰਹੀਆਂ ਵੀ ਜਿਵੇਂ ਪਹਿਲਾਂ ਇਹ ਚਲਾ ਦਿੰਦੇ ਸੀ, ਮੈਂ ਓਪਨ ਨਹੀਂ ਚਲਾਉਂਦਾ, ਚੀਮਾ ਸਾਹਿਬ ਕਿਤੇ ਸੀਟ ਤਾਂ ਨਹੀਂ ਛੱਡ ਰਹੇ। ਇਹ ਵੀ ਗੱਲ ਦਾ ਜਰਾ ਤੁਸੀਂ ਸਵਾਲ ਉਹਨਾਂ ਤੋਂ ਜ਼ਰੂਰ ਪੁੱਛ ਲਿਓ, ਕਿਤੇ ਇੱਥੋਂ ਛੱਡ ਕੇ ਕਿਤੇ ਇੱਧਰ ਉੱਧਰ ਨਾ ਜਾਣ। ਸੋ ਇਹ ਵੀ ਇੱਕ ਮਸਲਾ ਰਹੂਗਾ। ਤੁਸੀਂ ਰੀਪੋਲਿੰਗ ਦੀ ਗੱਲ ਕੀਤੀ ਹੈ, ਮੱਕੇ ਵਾਲੇ ਬਾਰ ਤੋਂ ਰੀਪੋਲਿੰਗ ਦੀ ਕੋਈ ਕਰਾਓਗੇ? ਹਾਂਜੀ, ਮੈਂ ਤਾਂ ਪਹਿਲਾਂ ਆਪ ਗੱਲ ਕਰਤੀ। ਤੁਸੀਂ ਇੰਟੈਲੀਜੈਂਟ ਪੱਤਰਕਾਰ ਹੋ, ਗੱਲਾਂ 'ਚੋਂ ਫੜ ਲਿਆ ਕਰੋ। ਕਹਿ ਤਾਂ ਰਿਹਾ ਵਾਂ, ਤੁਸੀਂ ਫਿਰ ਦੁਬਾਰਾ ਉਹੀ ਸਵਾਲ। ਟਾਈਮ ਇੱਕ ਭਾਈਚਾਰਕ ਸਾਂਝ ਬਹੁਤ ਜ਼ਰੂਰੀ ਆ ਰਾਜਨੀਤੀ ਔਰ ਡੈਮੋਕ੍ਰੇਸੀ 'ਚ। ਲੋਕੀ ਕਹਿ ਦਿੰਦੇ ਆ ਥੱਲੇ ਵੀ ਲੋਕਾਂ ਦੇ ਵਿੱਚ ਤਾਂ ਹੀ ਮੈਸੇਜ ਜਾਊਗਾ। ਮੁੱਦਿਆਂ ਦੀ ਰਾਜਨੀਤੀ ਕਦੋਂ ਹੋਊਗੀ? ਜਦੋਂ ਤੁਸੀਂ ਆਪਸ 'ਚ ਜਦੋਂ ਬੋਲਣਾ ਹੀ ਨਹੀਂ ਕਿਸੇ ਨਾਲ। ਮੈਂ ਕੱਟਦਾ ਗੱਲ, ਪਹਿਲਾਂ ਤੁਸੀਂ ਸੱਦਾ ਦੇ ਦਿਓ। ਚਲੋ ਸੱਦਾ ਦੇ ਦਿੰਦੇ ਆ। ਇਹਦੇ ਅੰਦਰ ਕੀ ਆ ਦੇਖੋ, ਅੱਜ ਨਾ ਮੈਂ ਹੁਣ ਚੰਗਾ ਨਹੀਂ ਲੱਗਦਾ, ਇਸ ਟਾਈਮ ਸ਼ਾਇਦ ਥੋੜੇ ਅਗਲੇ ਕਹਿਣਗੇ ਸਵਾਦ ਜਿਹਾ ਲੈਂਦੇ ਆ, ਹੁਣ ਅਸੀਂ ਆਪ ਹੀ ਚੱਲ ਜਾਾਂਗੇ। ਉਹ ਕੋਈ ਗੱਲ ਨਹੀਂ, ਤੁਸੀਂ ਐਵੇਂ ਸ਼ਰਾਰਤਾਂ ਨਾ ਕਰਾਇਆ ਕਰੋ, ਐਵੇਂ ਗੱਲ ਸੀ।